ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ। जिन के भाग बड़े हैं भाई तिन साधु संग मुख जुरे। महावाक अनुसार सारिਆਂ ਨੂੰ सतसंग ਦਾ ਇਹ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਸੰਧਿਆ ਦੇ ਦੀਵਾਨ ਸਜੇ ਹਨ। ਗੁਰਬਾਣੀ ਦਾ ਕੀਰਤਨ ਗੁਰੂ ਘਰ ਦੇ ਰਾਗੀ ਸਿੰਘਾਂ ਪਾਸੋਂ ਢਾਡੀ ਸਿੰਘਾਂ ਪਾਸੋਂ ਸਰਵਣ ਕੀਤਾ ਹੈ। ਗੁਰ ਇਤਿਹਾਸ ਦੀ ਕਥਾ ਜੋ ਲੜੀਵਾਰ ਗੁਰ ਅਸਥਾਨ ਤੇ ਚੱਲ ਰਹੀ ਹੈ। ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਦੀਪ ਸਿੰਘ ਜੀ ਦੀ ਰਸਨਾ ਤੋਂ ਆਪ ਜੀ ਨੇ ਆਨੰਦ ਮਾਣਿਆ। ਜੋ ਗੁਰੂ ਕੀਆਂ ਸੰਗਤਾਂ ਦਾ ਗੁਰਮਤਾ ਬਣਿਆ ਸੀ ਕਿ ਕੁਝ ਦਿਨਾਂ ਵਾਸਤੇ ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਦੀ ਕਥਾ ਸੰਗਤਾਂ ਨਾਲ ਸਾਂਝੀ ਕੀਤੀ ਜਾਵੇ, ਕਿਉਂਕਿ ਗੁਰਪ੍ਰਤਾਪ ਸੂਰਜ ਦੀ ਕਥਾ ਤਾਂ ਸਥਾਨਾਂ ਤੇ ਹੁੰਦੀ ਰਹਿੰਦੀ ਹੈ, ਪਰ ਸ੍ਰੀ ਗੁਰੂ ਪੰਥ ਪ੍ਰਕਾਸ਼ ਜੀ ਦੀ ਕਥਾ ਬਹੁਤ ਘੱਟ ਸਥਾਨਾਂ ਤੇ ਹੁੰਦੀ ਹੈ। ਕਿਉਂਕਿ ਜਿੰਨਾ ਚਿਰ ਅਸੀਂ ਆਪਣੇ ਇਹਨਾਂ ਬਜ਼ੁਰਗਾਂ ਸ਼ਹੀਦਾਂ ਸਿੰਘਾਂ ਦਾ ਇਤਿਹਾਸ ਨਹੀਂ ਜਾਣਾਂਗੇ, ਆਪਣੀ ਵਿਰਾਸਤ ਦਾ ਸਾਨੂੰ ਪਤਾ ਨਹੀਂ ਲੱਗੇਗਾ। ਅਰਦਾਸ ਵਿੱਚ ਜ਼ਰੂਰ ਯਾਦ ਕਰਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ, ਖੋਪਰੀਆਂ ਲੋਹਾਈਆਂ, ਤਨ ਆਰਿਆਂ ਨਾਲ ਚਰਾਏ, ਚਰਖੜੀਆਂ ਤੇ ਚੜੇ। ਉਹਨਾਂ ਸ਼ਹੀਦਾਂ ਸਿੰਘਾਂ ਨੂੰ ਰੋਜ਼ ਅਰਦਾਸ ਵਿੱਚ ਆਪਾਂ ਸਿਮਰਦੇ ਹਾਂ, ਧਿਆਨਦੇ ਹਾਂ। ਉਹਨਾਂ ਦੀਆਂ ਕੁਰਬਾਨੀਆਂ ਦਾ ਜੋ ਉਹਨਾਂ ਦਾ ਮਹਾਨ ਵਿਰਸਾ, ਮਹਾਨ ਸ਼ਹਾਦਤਾਂ ਦੀ ਲੜੀ, ਉਹਨਾਂ ਦੇ ਮਹਾਨ ਕਾਰਨਾਮੇ ਹਨ, ਉਹ ਅਸੀਂ ਢਾਡੀ ਸਿੰਘਾਂ ਤੋਂ ਸਰਵਣ ਵੀ ਕਰਦੇ ਰਹਿੰਦੇ। ਪਰ ਲੜੀਵਾਰ ਇਹ ਸਾਰੀ ਕਥਾ ਜਿਹੜੀ ਹੈ ਉਹ ਸ੍ਰੀ ਗੁਰੂ ਪੰਥ ਪ੍ਰਕਾਸ਼ ਤੋਂ ਬਿਨਾਂ ਸਮਝ ਨਹੀਂ ਆ ਸਕੀ। ਸਾਰਾ ਜੋ ਇਤਿਹਾਸ ਹੈ ਪੰਥ ਦਾ, ਇਹ ਕਿਉਂ ਲਿਖਿਆ ਗਿਆ, ਪਹਿਲਾਂ ਤਾਂ ਅੱਜ ਆਪਾਂ ਇਹੀ ਵਿਚਾਰ ਸੁਣਾਂਗੇ ਵੀ ਇਹ ਇਤਿਹਾਸ ਬਣਿਆ ਕਿਵੇਂ ਸੀਗਾ, ਕਿਉਂ ਲਿਖਣਾ ਪਿਆ। ਤੇ ਉਸ ਤੋਂ ਬਾਅਦ ਜੋ ਸਿੰਘਾਂ ਨੇ ਕੁਰਬਾਨੀਆਂ ਕੀਤੀਆਂ, ਗੁਰੂ ਨਾਨਕ ਸਾਹਿਬ ਜੀ ਨੇ ਜੋ ਸੰਸਾਰ ਜਾ ਕੇ ਅਵਤਾਰ ਧਾਰ ਕੇ 10 ਜਾਮੇ ਧਾਰਨ ਕਰਕੇ ਜਿਹੜਾ ਬੂਟਾ ਸਿੱਖੀ ਦਾ ਲਾਇਆ, ਉਸ ਬੂਟੇ ਨੂੰ ਸਿੰਘਾਂ ਨੇ ਆਪਣੇ ਖੂਨ ਨਾਲ ਸਿੰਜਿਆ। ਤੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦਾ ਖਾਲਸੇ ਦਾ ਮਹਾਨ ਪ੍ਰਤਾਪ ਵਾਲਾ ਰਾਜ ਵੀ ਹੋਇਆ। ਉਹ ਜਿਹੜਾ ਬਚਨ ਹੈ, ਇਤਿਹਾਸ ਦਾ ਪੱਖ ਹੈ, ਉਹ ਇਸ ਗ੍ਰੰਥ ਵਿੱਚ ਆਉਂਦਾ ਹੈ। ਸੋ ਖਾਲਸਾ ਜੀ ਸਾਰੀਆਂ ਸੰਗਤਾਂ ਸੁਰਤੀ ਬਿਰਤੀ ਨੂੰ ਮਹਾਰਾਜ ਕਲਗੀਧਰ ਪਿਤਾ ਜੀ ਦੇ ਚਰਨਾਂ ਨਾਲ ਜੋੜੀਏ, ਕਿਉਂਕਿ ਪੰਥ ਖਾਲਸਾ ਸਤਿਗੁਰਾਂ ਦਾ ਸਰੂਪ ਮੰਨਿਆ ਗਿਆ ਹੈ। ਖਾਲਸਾ ਮੇਰੋ ਰੂਪ ਹੈ ਖਾਸ। ਸਮਝੋ ਇਹ ਸਤਿਗੁਰਾਂ ਦਾ ਇਤਿਹਾਸ ਹੈ, ਜੋ ਖਾਲਸੇ ਦਾ ਇਤਿਹਾਸ। ਖਾਲਸਾ ਸਤਿਗੁਰਾਂ ਤੋਂ ਵੱਖਰਾ ਨਹੀਂ ਜਾਣਨਾ। ਜਿਹੜਾ ਪੰਥ ਦੇ ਉੱਤੇ ਤੇ ਗ੍ਰੰਥ ਦੇ ਉੱਤੇ ਨਿਸ਼ਚਾ ਰੱਖਦਾ ਹੈ ਵੀ ਇਹ ਗੁਰੂ ਰੂਪ ਹੈ, ਉਹਦਾ ਹੀ ਬੇੜਾ ਭਾਵ ਸਾਗਰ ਤੋਂ ਪਾਰ ਲੰਘਦਾ ਹੈ। ਸੋ ਪਿਆਰ ਨਾਲ ਇਹ ਕਥਾ ਸਰਵਣ ਕਰੀਏ। ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦਿ, ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਗ੍ਰੰਥਾਂ ਦੀ ਰਚਨਾ ਦੀ ਇਹ ਮਰਜ਼ਾਦਾ ਹੁੰਦੀ ਹੈ ਵੀ ਕੋਈ ਵੀ ਧਾਰਮਿਕ ਗ੍ਰੰਥ ਲਿਖਣਾ ਹੋਵੇ, ਧਾਰਮਿਕ ਲੋਕ ਮੰਗਲ ਜ਼ਰੂਰ ਕਰਦੇ ਹਨ। ਮੰਗਲ ਕਰਨ ਦਾ ਇੱਕ ਤਾਂ ਇਹ ਫਾਇਦਾ ਹੁੰਦਾ ਵੀ ਪ੍ਰਮਾਤਮਾ ਨੂੰ ਯਾਦ ਕਰਕੇ ਜਿਹੜਾ ਕੰਮ ਸ਼ੁਰੂ ਕਰੀਏ ਉਹ ਨਿਰਵਿਘਨ ਸਮਾਪਤ ਹੁੰਦਾ ਹੈ, ਉਹਦੇ 'ਚ ਵਿਘਨ ਨਹੀਂ ਪੈਂਦਾ। ਕੀਤਾ ਲੋੜੀਆ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਐ। ਦੂਸਰਾ ਜਿਹੜਾ ਗ੍ਰੰਥ ਨੂੰ ਪੜ੍ਹਨ ਵਾਲਾ ਹੈ ਉਹਨੂੰ ਇੰਝ ਲੱਗਦਾ ਵੀ ਗ੍ਰੰਥ ਕਿਸੇ ਸ਼ਰਧਾਵਾਨ ਦਾ ਲਿਖਿਆ ਹੋਇਆ, ਇਹ ਕਿਸੇ ਆਸਤਕ ਦਾ ਲਿਖਿਆ ਹੋਇਆ। ਜੇ ਮੰਗਲ ਨਾ ਕਰੀਏ ਤੇ ਪੜ੍ਹਨ ਵਾਲੇ ਨੂੰ ਇੰਝ ਲੱਗਦਾ ਵੀ ਤੇ ਨਾਸਤਕ ਬੰਦੇ ਦਾ ਲਿਖਿਆ ਹੋਇਆ। ਇੱਕ ਗੱਲ ਨੋਟ ਕਰਨ ਵਾਲੀ ਹੈ, ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਜਿੰਨੇ ਗ੍ਰੰਥ ਲਿਖੇ ਨੇ
1849 ਤੋਂ ਪਹਿਲਾਂ ਦੇ ਜਿੰਨੇ ਆਪਣੇ ਗ੍ਰੰਥ ਨੇ ਖਾਲਸਾ ਪੰਥ ਦੇ, ਉਹਨਾਂ ਵਿੱਚ ਪਹਿਲਾਂ ਜ਼ਰੂਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਾਂ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜ਼ਰੂਰ ਲਿਖਿਆ ਮਿਲਦਾ। ਪਰ ਜਿਹੜੇ ਹੁਣ ਸਾਡੇ ਗ੍ਰੰਥ ਛਪਦੇ ਆ ਯੂਨੀਵਰਸਿਟੀਆਂ ਵੱਲੋਂ ਤੇ ਸਾਡੀਆਂ ਸੰਸਥਾਵਾਂ ਵੱਲੋਂ, ਜਿਨ੍ਹਾਂ ਨੂੰ ਆਪਾਂ ਧਾਰਮਿਕ ਗ੍ਰੰਥ ਹੀ ਕਹਿੰਦੇ ਆ, ਤੁਹਾਨੂੰ ਕਿਤੇ ਆਰੰਭ ਵਿੱਚ ਮੰਗਲ ਨਹੀਂ ਮਿਲਦਾ। ਇਹਦਾ ਮਤਲਬ ਸਾਡੀ ਬਿਰਤੀ ਜਿਹੜੀ ਹੈ ਹੁਣ ਨਾਸਤਕਾਂ ਵਾਲੀ ਹੋ ਚੁੱਕੀ ਹੈ। ਭਾਵੇਂ ਕਹਿੰਦੇ ਅਸੀਂ ਧਰਮ ਦੇ ਠੇਕੇਦਾਰ ਹਾਂ, ਪਰ ਅੰਦਰ ਧਰਮ ਦਾ ਵਿਸ਼ਵਾਸ ਨਹੀਂ ਰਿਹਾ। ਪੁਰਾਤਨ ਗ੍ਰੰਥਾਂ 'ਚ ਮੰਗਲ ਪਹਿਲੇ ਆਉਂਦਾ ਜ਼ਰੂਰ। ਇੱਕ ਓੰਕਾਰ ਪ੍ਰਮਾਤਮਾ ਇੱਕ ਹੈ, ਅਦੁੱਤੀ ਹੈ, ਸਤ ਚੇਤਨ ਆਨੰਦ ਸਰੂਪ ਹੈ ਔਰ ਸਾਰੇ ਸ੍ਰਿਸ਼ਟ ਸੰਸਾਰ ਨੂੰ ਪ੍ਰਕਾਸ਼ ਕਰਨ ਵਾਲਾ ਹੈ, ਕੇਵਲ ਇੱਕੋ ਇੱਕ ਹੈ। ਸਤਿਗੁਰਾਂ ਦੀ ਕਿਰਪਾ ਨਾਲ ਉਸ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲ ਜੋ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਆਉਂਦਾ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿਹੜਾ ਮੰਗਲ ਹੈ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦਸਮ ਦੀ ਬਾਣੀ 'ਚ ਆਉਂਦਾ ਹੈ। ਪੁਰਾਤਨ ਜਿੰਨੇ ਵੀ ਗ੍ਰੰਥ ਸਾਡੇ ਲਿਖੇ ਗਏ ਨੇ, ਉਹਨਾਂ ਵਿੱਚ ਦੋਵੇਂ ਮੰਗਲ ਇਕੱਠੇ ਤਾਂ ਕੀਤੇ ਜਾਂਦੇ ਸੀ ਕਵੀਆਂ ਵੱਲੋਂ ਕਿ ਜੋ ਸਾਡੇ ਦੋਵੇਂ ਇਸ਼ਟਾਂ ਦੇ ਮੰਗਲ ਹਨ ਉਹ ਇਕੱਠੇ ਆ ਜਾਣ। ਭਾਈ ਸੰਤੋਖ ਸਿੰਘ ਜੀ ਹੋਰਾਂ ਨੇ ਜਦੋਂ ਗ੍ਰੰਥ ਦੀ ਰਚਨਾ ਸ਼ੁਰੂ ਕੀਤੀ ਨਾਨਕ ਪ੍ਰਕਾਸ਼ ਦੀ, ਤਾਂ ਸਭ ਤੋਂ ਪਹਿਲਾਂ ਇਹ ਦੋਵੇਂ ਮੰਗਲ ਇੱਕ ਦੋਹਰੇ 'ਚ ਪਰੋ ਦਿੱਤੇ ਹਨ। ਏਕ ਓੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ। ਇਹ ਹੋ ਗਿਆ ਏਕ ਓੰਕਾਰ ਸਤਿਗੁਰ ਪ੍ਰਸਾਦ। ਅਗਲੀ ਪੰਕਤੀ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ। ਉਹ ਦਸਮ ਦਾ ਮੰਗਲ ਹੈ। ਦੋਵਾਂ ਮੰਗਲਾਂ ਨੂੰ ਪਹਿਲੇ ਰੱਖ ਕੇ ਫਿਰ ਕਵੀ ਜੀ ਨੇ ਆਪਣੀ ਮਰਿਆਦਾ ਵਾਲੇ ਮੰਗਲ ਕੀਤੇ ਹਨ। ਸੋ ਇੱਥੇ ਵੀ ਭਾਈ ਰਤਨ ਸਿੰਘ ਜੀ ਪਹਿਲਾਂ ਦੋਵੇਂ ਮੰਗਲ ਕਰਦੇ। ਵਾਹਿਗੁਰੂ ਜੀ ਕੀ ਫਤਿਹ ਜੋ ਵਾਹਿਗੁਰੂ ਪਰਮੇਸ਼ਰ ਹੈ, ਉਹਦੀ ਹਰ ਮੈਦਾਨ ਫਤਿਹ ਹੈ। ਜਿੱਥੇ ਉਹਦਾ ਨਾਮ ਆ ਜਾਂਦਾ ਉਸ ਬੰਦੇ ਦੀ ਵੀ ਫਤਿਹ ਹੁੰਦੀ ਹੈ ਜਿਹੜਾ ਉਹਦਾ ਨਾਮ ਲੈਂਦਾ। ਸੋ ਖਾਲਸਾ ਉਹਦੀ ਫੌਜ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਵਾਹਿਗੁਰੂ ਜੀ ਕੀ ਫਤਿਹ ਹੈ ਬਿਘਨ ਬਿਨਾਸਨ ਸੋਏ। ਦੋਵੇਂ ਮੰਗਲ ਕਰਕੇ ਹੁਣ ਕਵੀ ਜੀ ਲਿਖਦੇ ਹਨ। ਅਥ ਸ੍ਰੀ ਗੁਰ ਪੰਥ ਪ੍ਰਕਾਸ਼ ਗ੍ਰੰਥੇ। ਅਥ ਦਾ ਮਤਲਬ ਹੁੰਦਾ ਹੁਣ ਅਸੀਂ ਲਿਖਣ ਲੱਗੇ ਹਾਂ ਉਹ ਗ੍ਰੰਥ ਜਿਹਦੇ 'ਚ ਪੰਥ ਖਾਲਸੇ ਦਾ ਇਤਿਹਾਸ ਹੈ। ਸ੍ਰੀ ਗੁਰੂ ਪੰਥ ਪ੍ਰਕਾਸ਼ ਗ੍ਰੰਥ ਲਿਖਦੇ ਹਾਂ। ਦੋਹਰਾ ਸ੍ਰੀ ਗੁਰ ਨਾਨਕ ਚਰਨ ਬੰਦ ਗੁਰ ਗੋਬਿੰਦ ਸਿੰਘ ਧਿਆਏ। ਕਵੀ ਜੀ ਕਹਿੰਦੇ ਮੈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਗੁਰੂ ਗੋਬਿੰਦ ਸਿੰਘ ਕਲਗੀਧਰ ਜੀ ਨੂੰ ਧਿਆ ਕੇ ਕਥਾ ਸ਼ੁਰੂ ਕਰਦਾ ਹਾਂ। ਸ਼ੰਕਾ ਹੁੰਦਾ ਹੈ ਵੀ ਦਸਾਂ ਗੁਰੂਆਂ ਦਾ ਨਾਂ ਕਿਉਂ ਨਹੀਂ ਲਿਆ, ਇਕੱਲੇ ਦੋਵਾਂ ਦਾ ਕਿਉਂ ਲਿਆ ਹੈ? ਤਾਂ ਇਹਦੇ ਵਿੱਚ ਵਿਦਵਾਨ ਪੁਰਸ਼ ਦੱਸਦੇ ਹਨ ਵੀ ਕੜਾਹ ਕੁੰਡਲ ਨਿਆਏ ਹੁੰਦਾ ਹੈ। ਜਿਵੇਂ ਕੜਾਹੀ ਦੇ ਦੋ ਕੁੰਡੇ ਪਕੜ ਕੇ ਬਾਕੀ ਕੜਾਹੀ ਵਿੱਚੇ ਸਾਰੀ ਆਪੇ ਹੀ ਆ ਜਾਂਦੀ ਹੈ। ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੂੰ ਯਾਦ ਕਰੀਏ, ਦਸੇ ਪਾਤਸ਼ਾਹੀਆਂ ਵਿੱਚ ਹੀ ਆ ਜਾਂਦੀਆਂ। ਯਾਨੀ ਦਸਾਂ ਹੀ ਸਤਿਗੁਰਾਂ ਨੂੰ ਯਾਦ ਕਰਕੇ ਲਿਖੋ ਉਤਪਤੀ ਖਾਲਸੇ ਮੋਹ ਨਿਜ ਕਰਹੁ ਸਹਾਏ। ਮੈਂ ਰਤਨ ਸਿੰਘ ਭੰਗੂ ਜੀ ਭਾਈ ਮਤਾਬ ਸਿੰਘ ਦੇ ਦੋਤਰੇ ਪੋਤਰੇ, ਭਾਈ ਮਤਾਬ ਸਿੰਘ ਦੇ ਪੋਤਰੇ ਤੇ ਸ਼ਾਮ ਸਿੰਘ ਦੇ ਦੋਤਰੇ, ਇਹ ਲਿਖ ਰਹੇ ਨੇ ਕਿ ਖਾਲਸੇ ਦੀ ਉਤਪਤੀ ਲਿਖਣ ਲੱਗਾ ਹਾਂ। ਮੇਰੀ ਸਹਾਇਤਾ ਕਰੋ ਮਹਾਰਾਜ ਸੱਚੇ ਪਾਤਸ਼ਾਹ ਜੀ। ਚੌਪਈ ਅਬ ਮੈਂ ਲਿਖੋ ਸਿੰਘਨ ਕੀ ਸਾਖੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਅਬ ਮੈਂ ਲਿਖੋ ਸਿੰਘਨ ਕੀ ਸਾਖੀ। ਹੁਣ ਮੈਂ ਸਿੰਘਾਂ ਦਾ ਇਤਿਹਾਸ ਖਾਲਸੇ ਪੰਥ ਦੀ ਕਥਾ ਲਿਖਣ ਲੱਗਾ ਹਾਂ। ਜਿਹ ਬਿਦ ਵੱਡਣ ਅਸਾਡਣ ਆਖੀ। ਇਹ ਕਥਾ ਮੈਂ ਆਪਣੇ ਵੱਡਿਆਂ ਤੋਂ ਸੁਣ ਕੇ ਕਹਿ ਰਿਹਾ ਹਾਂ। ਆਪਣੇ ਪਰਿਵਾਰ ਵਿੱਚ ਜੋ ਮੇਰੇ ਬਜ਼ੁਰਗਾਂ ਨੇ, ਮੇਰੇ ਪਿਤਾ ਰਾਏ ਸਿੰਘ ਜੀ, ਮੇਰੇ ਨਾਨਾ ਸਰਦਾਰ ਸ਼ਾਮ ਸਿੰਘ ਜੀ ਔਰ ਜਿਹੜੇ ਵੱਡੇ ਵਡੇਰੇ ਸਿੰਘ ਜਿਉਂਦੇ ਸਨ, ਉਹਨਾਂ ਤੋਂ ਮੈਂ ਸੁਣ ਕੇ ਕੰਨਾਂ ਨਾਲ ਇਹ ਕਥਾ ਲਿਖ ਰਿਹਾ ਹਾਂ। ਔਰ ਪੁਰਾਤਨ ਤੇ ਭੀ ਸੁਣੀ। ਹੋਰ ਵੀ ਜਿਹੜੇ ਪੁਰਾਣੇ ਸਿੰਘ ਹੋਏ ਨੇ ਬਜ਼ੁਰਗ, ਜਿਨ੍ਹਾਂ ਨੇ ਵੱਡਾ ਘੱਲੂਘਾਰਾ ਵੇਖਿਆ, ਜਿਨ੍ਹਾਂ ਨੇ ਛੋਟਾ ਘੱਲੂਘਾਰਾ ਵੇਖਿਆ, ਜਿਨ੍ਹਾਂ ਨੇ ਬੜੇ ਬੜੇ ਮਹਾਨ ਸ਼ਹੀਦੀ ਸਾਕੇ ਜੰਗ ਯੁੱਧ ਆਪਣੀਆਂ ਅੱਖਾਂ ਨਾਲ ਤੱਕੇ, ਉਹਨਾਂ ਸਿੰਘਾਂ ਬਜ਼ੁਰਗਾਂ ਤੋਂ ਸੁਣ ਕੇ ਮੈਂ ਲਿਖਦਾ ਹਾਂ। ਉਤੇ ਜੋ ਬਿਰਧ ਸਿੱਖ ਬਹੁ ਗੁਣੀ। ਜਿਹੜੇ ਬੜੇ ਬਿਰਧ ਸਨ ਔਰ ਬੜੇ ਗੁਣੀ ਸਿੱਖ ਸਨ, ਨਾਮ ਜਪਣ ਵਾਲੇ, ਬਾਣੀ ਦੇ ਰਸੀਏ, ਸਾਰਾ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਜ਼ਬਾਨੀ ਯਾਦ ਹੁੰਦਾ ਸੀ, ਜਿਨ੍ਹਾਂ ਨੂੰ ਸਾਰਾ ਦਸਮ ਦਾ ਗ੍ਰੰਥ ਸਾਰਾ ਯਾਦ ਹੁੰਦਾ ਸੀ,
ਜਿਨ੍ਹਾਂ ਨੂੰ ਗੁਰਬਾਣੀ ਤੇ ਗੁਰ ਇਤਿਹਾਸ ਦਾ ਬਹੁਤ ਬੋਧ ਸੀ, ਉਹਨਾਂ ਬਜ਼ੁਰਗਾਂ ਸਿੰਘਾਂ ਤੋਂ ਮੈਂ ਸੁਣ ਕੇ ਇਹ ਲਿਖਣ ਲੱਗਾ ਹਾਂ। ਸੋ ਮੈਂ ਕਹੂੰ ਜਥਾ ਮਤ ਮਾਹੀ। ਜਿੰਨੀ ਮੈਨੂੰ ਮਹਾਰਾਜ ਕਲਗੀਧਰ ਜੀ ਮਤ ਬੁੱਧੀ ਦੇਣਗੇ, ਜਿੰਨੀ ਗੱਲ ਮੇਰੇ ਦਿਮਾਗ 'ਚ ਚੇਤੇ ਆਵੇਗੀ, ਸੁਣੀ ਹੋਈ ਮੈਂ ਸੁਣਾਵਾਂਗਾ। ਮਨ ਤਨ ਪ੍ਰੀਤ ਭਾਉ ਭੈ ਦਾਹੀ। ਔਰ ਮਨ ਕਰਕੇ, ਪ੍ਰੇਮ ਕਰਕੇ, ਭਾਵਨਾ ਕਰਕੇ ਇਹ ਕਥਾ ਕਹਾਂਗਾ, ਜਿਹੜੀ ਮਨ ਦੇ ਵਿੱਚੋਂ ਭੈ ਡਰ ਨੂੰ ਦੂਰ ਕਰਨ ਵਾਲੀ ਹੈ। ਜਿਹ ਵਿਦ ਕਹੀ ਅੰਗੇਜਨ ਸੰਗ। ਔਰ ਇਹ ਮੈਂ ਕਥਾ ਖਾਲਸੇ ਨੂੰ ਦੱਸ ਰਿਹਾ, ਜਿਹੜੀ ਮੈਂ ਪਹਿਲਾਂ ਅੰਗਰੇਜ਼ਾਂ ਨੂੰ ਵੀ ਕਹਿ ਚੁੱਕਾ ਹਾਂ। ਅੰਗਰੇਜ਼ਾਂ ਨੂੰ ਕਿਵੇਂ ਕਹੀ ਹੈ, ਅੰਗਰੇਜ਼ਾਂ ਨੂੰ ਕਿਉਂ ਕਹੀ ਹੈ, ਉਹ ਹੁਣ ਕਵੀ ਜੀ ਦੱਸਣਗੇ, ਭਾਈ ਰਤਨ ਸਿੰਘ ਜੀ। ਰੱਖੋ ਉਥਾਨ ਕਾ ਸੋਊ ਪ੍ਰਸੰਗ। ਪਹਿਲਾਂ ਉਹ ਗੱਲ ਦੱਸਦਿਆਂ ਵੀ ਮੈਨੂੰ ਅੰਗਰੇਜ਼ਾਂ ਨਾਲ ਗੱਲ ਕਿਉਂ ਕਰਨੀ ਪਈ, ਅੰਗਰੇਜ਼ਾਂ ਨੂੰ ਕਿਉਂ ਸਿੱਖਾਂ ਦਾ ਇਤਿਹਾਸ ਸੁਣਾਉਣਾ ਪਿਆ। ਉਹ ਸਾਰੀ ਗੱਲ ਬੜੀ ਬਰੀਕ ਤੇ ਬਹੁਤ ਜ਼ਰੂਰੀ ਯਾਦ ਰੱਖਣ ਵਾਲੀ ਹੈ। ਅੱਜ ਦੇ ਸਿੱਖ ਬੱਚਿਆਂ ਨੂੰ ਇਹ ਗੱਲ ਚੇਤੇ ਨਹੀਂ ਹੈ ਵੀ ਸਾਡਾ ਇਤਿਹਾਸ ਕਦੀ ਅੰਗਰੇਜ਼ਾਂ ਨੇ ਵੀ ਪੁੱਛਿਆ ਸੀ। ਸਾਡੇ ਬਾਰੇ ਅੰਗਰੇਜ਼ਾਂ ਨੇ ਪੂਰੀ ਜਾਣਕਾਰੀ ਮੰਗੀ ਸੀ, ਇੰਗਲੈਂਡ ਦੀ ਮਹਾਰਾਣੀ ਨੇ। ਉਹ ਗੱਲ ਜਿਹੜੀ ਹੈ ਮੈਂ ਹੁਣ ਦੱਸਦਾ ਹਾਂ। ਹੁਤੋ ਟਬਾਈ ਫਰਾਂਸੀਸ ਫਿਰੰਗੀ। ਖਾਲਸਾ ਜੀ, ਤੁਹਾਨੂੰ ਪਤਾ ਹੋਣਾ ਵੀ ਪੰਜਾਬ ਦੇ ਵਿੱਚ, ਹਿੰਦੁਸਤਾਨ 'ਚ ਪਹਿਲਾਂ ਸਭ ਤੋਂ ਗਏ ਨੇ ਪੁਰਤਗਾਲੀ। ਵਾਸਕੋ ਡੀ ਗਾਮਾ 1469 'ਚ ਪਹੁੰਚਿਆ, ਜਿਸ ਸਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅਵਤਾਰ ਹੋਇਆ, ਪੁਰਤਗਾਲ ਤੋਂ। ਉਹਨਾਂ ਤੋਂ ਬਾਅਦ ਗਏ ਨੇ ਫਰਾਂਸੀਸੀ। ਫਰਾਂਸੀਸੀਆਂ ਤੋਂ ਬਾਅਦ ਗਏ ਨੇ ਅੰਗਰੇਜ਼ ਇੰਡੀਆ ਵਿੱਚ। ਉਹ ਪਹਿਲਾਂ ਗਏ ਨੇ ਕਲਕੱਤੇ ਵਾਲੇ ਪਾਸੇ, ਬੰਬੇ ਵਾਲੇ ਪਾਸੇ, ਜਿਹੜੀਆਂ ਬੰਦਰਗਾਹਾਂ ਨੇ ਉਧਰ ਉਹਨਾਂ ਨੇ ਜਾ ਕੇ ਕਈ ਲੜਾਈਆਂ ਵੀ ਲੜੀਆਂ ਨੇ। ਪਹਿਲਾਂ ਉਹਨਾਂ ਨੇ ਕੰਪਨੀ ਬਣਾਈ ਈਸਟ ਇੰਡੀਆ ਕੰਪਨੀ। ਉਸ ਕੰਪਨੀ ਦੇ ਨਾਂ ਤੇ ਉਹਨਾਂ ਨੇ ਵਪਾਰ ਕੀਤਾ। ਵਪਾਰ ਕਰਕੇ ਫਿਰ ਉਹਨਾਂ ਨੇ ਨਾ ਸਾਡੇ ਰਾਜਿਆਂ ਨੂੰ ਕਰਜ਼ੇ ਦਿੱਤੇ। ਕਰਜ਼ਾਈ ਕਰਕੇ ਫਿਰ ਹੌਲੇ ਹੌਲੇ ਉਹਨਾਂ ਤੋਂ ਰਿਆਸਤਾਂ ਦਾ ਉਹ ਲਿਖਵਾਉਂਦੇ ਰਹੇ। ਜਿਵੇਂ ਕਿਸੇ ਨੂੰ ਕਰਜ਼ਾ ਦਈਏ ਤੇ ਉਹਦੀ ਜਾਇਦਾਦ ਲਿਖਾ ਲਈਦੀ, ਉਹ ਲਿਖਵਾ ਕੇ ਹਿੰਦੁਸਤਾਨ ਦੇ ਰਾਜਿਆਂ ਦੀਆਂ ਰਿਆਸਤਾਂ ਤੇ ਕਬਜ਼ੇ ਕਰਦੇ ਰਹੇ। ਕਬਜ਼ੇ ਕਰਕੇ ਉਹਨਾਂ ਨੇ ਫੌਜਾਂ ਬਣਾਈਆਂ। ਉੱਥੇ ਦੀ ਸਿਪਾਹੀ ਭਰਤੀ ਕਰ ਲੈਂਦੇ ਸੀ ਤੇ ਉਹਨਾਂ ਨੂੰ ਆਪਣੀ ਵਰਦੀ ਪਵਾ ਕੇ, ਆਪਣੇ ਰੰਗ ਢੰਗ ਦੱਸ ਕੇ ਆਪਣੇ ਅਧੀਨ ਕਰਕੇ ਰੱਖਦੇ ਸੀ। ਅੰਗਰੇਜ਼ਾਂ ਕੋਲ ਤੇ ਫਰਾਂਸੀਸੀਆਂ ਕੋਲ ਫੌਜ ਜਿਹੜੀ ਫਰਾਂਸ ਦੀ ਤੇ ਅੰਗਰੇਜ਼ ਦੀ ਸੀ, ਘੱਟ ਸੀਗੀ। ਹਿੰਦੁਸਤਾਨ ਦੀ ਜ਼ਿਆਦਾ ਸੀਗੀ। ਉਹਨਾਂ ਨੂੰ ਭਰਤੀ ਕਰ ਲੈਂਦੇ, ਇੱਥੋਂ ਵੀ ਲੈ ਜਾਂਦੇ ਸੀ, ਇੰਗਲੈਂਡ ਤੋਂ ਵੀ ਗਏ ਸੀ ਫੌਜੀ, ਫਰਾਂਸੀਸ ਤੋਂ ਵੀ ਗਏ ਸੀ। ਪਹਿਲਾਂ ਗਏ ਨੇ ਫਰਾਂਸੀਸੀ, ਫੇਰ ਗਏ ਨੇ ਅੰਗਰੇਜ਼। ਇਹ ਵੀ ਗੱਲ ਯਾਦ ਰੱਖਣ ਵਾਲੀ। ਹੁਤੋ ਢਬਾਈ ਫਰਾਂਸੀਸ ਫਿਰੰਗੀ। ਇੱਕ ਢਬਾਈ ਨਾਮ ਦਾ, ਅਸਲੀ ਤਾਂ ਉਹਦਾ ਨਾਮ ਸੀ ਡਬੋਈ। ਪੰਜਾਬੀ 'ਚ ਨਿਹੰਗ ਸਿੰਘਾਂ ਦੀ ਬੋਲੀ ਡਬਾਈ ਕਹਿ ਦਿੱਤਾ ਭਾਈ ਰਤਨ ਸਿੰਘ ਹੋਰਾਂ ਨੇ। ਹੈ ਸੀ ਉਹ ਡਬੋਈ। ਉਹ ਡਬੋਈ ਜਿਹੜਾ ਸੀਗਾ ਫਰਾਂਸੀਸ ਦਾ ਫਿਰੰਗੀ, ਉਹਨੇ ਜਾ ਕੇ ਇੱਕ ਛੋਟੀ ਜਿਹੀ ਕੰਪਨੀ ਬਣਾਈ ਸੀ ਫੌਜ ਦੀ। ਮਰਹਟਣ ਨੌਕਰ ਰੱਖਿਓ ਸੋ ਜੰਗੀ। ਉਹ ਜਿਹੜਾ ਡਬਾਈ ਸੀ ਨਾ, ਉਹ ਬੜਾ ਜੰਗੀ ਜਰਨੈਲ ਸੀ ਤੇ ਮਰਹਟਿਆਂ ਨੂੰ ਉਹ ਜਾ ਕੇ ਮਿਲਿਆ ਤੇ ਮਰਹਟਿਆਂ ਨੇ ਉਹਨੂੰ ਆਪਣੀ ਫੌਜ 'ਚ ਭਰਤੀ ਕਰ ਲਿਆ। ਜਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਜਰਨਲ ਵੈਂਤੂਰਾ ਤੇ ਜਰਨਲ ਅਲਾਰਡ ਭਰਤੀ ਕੀਤੇ ਸੀ। ਇਹ ਆਪਣੇ ਸਿੱਖਾਂ ਵਿੱਚ ਵੀ ਰਹੇ ਨੇ। ਵੈਂਤੂਰਾ ਫਰਾਂਸੀਸ ਦਾ ਸੀ, ਅਲਾਰਡ ਅਮਰੀਕਾ ਦਾ ਸੀ। ਇਹ ਦੋਵੇਂ ਜਰਨਲ ਬੜੇ ਵੱਡੇ ਜੰਗੀ ਜਰਨਲ ਸੀ। ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਫੌਜ 'ਚ ਵੀ ਰੱਖੇ ਆ। ਉਸ ਤੋਂ ਪਹਿਲਾਂ ਇਹ ਜਿਹੜੇ ਸੀਗੇ, ਇਹ ਮਰਹਟਿਆਂ ਕੋਲ ਵੀ ਨੌਕਰੀਆਂ ਕਰਦੇ ਹੁੰਦੇ ਸੀਗੇ। ਡੁਬਾਈ ਜਿਹੜਾ ਸੀਗਾ ਬੜਾ ਵੱਡਾ ਜਰਨਲ, ਫੌਜੀ ਜਰਨੈਲ, ਉਹ ਮਰਹਟਿਆਂ ਦੇ ਨਾਲ, ਮਹਾਰਾਸ਼ਟਰ ਦੇ ਮਰਹਟਿਆਂ ਦੇ ਨਾਲ ਫੌਜੀ ਜਰਨੈਲ ਸੀ। ਇੱਕ ਕੰਪ ਤਿਸ ਸਪੁਰਦ ਕਰ ਦਇਓ। ਮਰਹਟਿਆਂ ਨੇ ਉਹਨੂੰ ਇੱਕ ਫੌਜ ਦੀ ਕੰਪਨੀ ਦਿੱਤੀ ਹੋਈ ਸੀ, ਇੱਕ ਕੈਂਪ ਦਿੱਤਾ ਹੋਇਆ ਸੀ, ਜਿਹਦੇ ਵਿੱਚ ਉਹ ਆਪਣੀ ਫੌਜ ਲੈ ਕੇ ਰਹਿੰਦਾ ਸੀ। ਬਹੁਤ ਬਰਸ ਸੋ ਚਾਕਰ ਰਹਿਓ। ਲਗਭਗ 30-40 ਸਾਲ ਡੁਬੋਈ ਨੇ ਉਹ ਨੌਕਰੀ ਕੀਤੀ ਉਹਦੀ, ਮਰਹਟਿਆਂ ਦੀ। ਮਰਹਟਿਆਂ ਨੇ ਉਹਨੂੰ ਆਪਣੇ ਵਾਸਤੇ ਵਰਤਿਆ। ਜਿੱਥੇ ਜਿੱਥੇ ਜੰਗਾਂ ਜੁੱਧਾਂ ਹੁੰਦੀਆਂ ਸੀ, ਉਹ ਡੁਬੋਈ ਅੱਗੇ ਹੋ ਕੇ ਲੜਿਆ ਕਰਦਾ ਸੀ, ਫਰਾਂਸੀਸੀ ਜਰਨੈਲ। ਭਇਓ ਬੁੱਢੋ ਤਉ ਤੱਕਿਓ ਵਤਨ। ਜਦੋਂ ਡੁਬੋਈ ਬੁੱਢਾ ਹੋ ਗਿਆ ਤੇ ਉਹ ਫਰਾਂਸ ਨੂੰ ਵਾਪਸ ਜਾਣ ਲੱਗਾ। ਤੁਰਿਓ ਵੇਚ ਸਭ ਆਪਨ ਜਤਨ। ਉਹਨੇ ਆਪਣਾ ਘਰ-ਬਾਰ ਦਾ ਜੋ ਸਮਾਨ ਸੌਦਾ ਸੀ ਵੇਚ ਦਿੱਤਾ। ਸਾਰਾ ਕੁਝ ਵੇਚ ਵੱਟ ਕੇ ਆਪਣੇ ਕੋਲ ਜੋ ਪੈਸੇ ਬਚੇ ਉਹ ਲੈ ਕੇ ਫਰਾਂਸ ਨੂੰ ਪਰਤ ਗਿਆ।
ਪੀਰੂ ਭੈਣ ਜਾਇਓ ਉਸ ਆਹੇ। ਉਹਦਾ ਇੱਕ ਭਣੇਵਾ ਸੀ, ਭੈਣ ਜਾਇਓ ਦਾ ਮਤਲਬ ਭੈਣ ਦਾ ਜਾਇਆ ਹੋਇਆ ਭਣੇਵਾ, ਭਾਣਜਾ। ਉਹਦਾ ਨਾਮ ਸੀ ਪੀਰੋ। ਪੀਰੋ ਕਰਕੇ ਉਹਦਾ ਨਾਮ ਸੀ। ਉਹ ਵੀ ਫਰਾਂਸੀਸੀ ਸੀ ਕਿਉਂਕਿ ਉਹ ਢਬੋਈ ਦਾ ਹੀ ਭਣੇਵਾ ਸੀਗਾ। ਉਹਨੇ ਆਪਣੇ ਮਾਮੇ ਦੀ ਥਾਂ ਤੇ ਨੌਕਰੀ ਲੈ ਲਈ। ਬਾਕੀ ਸੌਂਪ ਗਇਓ ਉਸ ਯਾਹੇ। ਮਾਮਾ ਆਪਣਾ ਸਾਰਾ ਕੁਝ ਉਹਨੂੰ ਹੀ ਸੌਂਪ ਗਿਆ ਵੀ ਤੂੰ ਮੇਰਾ ਭਾਣਜਾ ਹੈ, ਤੂੰ ਨੌਕਰੀ ਕਰੀ ਜਾ, ਮੈਂ ਹੁਣ ਬੁੱਢਾ ਹੋ ਗਿਆ, ਮੈਂ ਆਪਣੇ ਮੁਲਕ ਜਾ ਕੇ ਮਰਾਂਗਾ ਫਰਾਂਸ ਵਿੱਚ। ਆਪਣੇ ਭਾਣਜੇ ਪੀਰੋ ਨੂੰ ਢਬੋਈ ਨੇ ਆਪਣਾ ਜੋ ਵੀ ਸੀ ਬਚਿਆ ਖੁਚਿਆ ਸਾਰਾ ਸਮਾਨ ਸੌਂਪ ਕੇ ਤੇ ਆ ਫਰਾਂਸ ਨੂੰ ਚਾਲੇ ਪਾ ਦਿੱਤੇ। ਦੋਹਰਾ ਸੋ ਪੀਰੋ ਇੱਕ ਕੰਪੂਓ ਔਰ ਕੀਏ ਤਿੰਨ ਚਾਰ। ਉਹ ਜਿਹੜਾ ਪੀਰੋ ਸੀ ਢਬੋਈ ਦਾ ਭਾਣਜਾ, ਉਹ ਵੀ ਬੜਾ ਦਲੇਰ ਸੀਗਾ ਤੇ ਚੰਗਾ ਪੜ੍ਹਿਆ ਲਿਖਿਆ ਸੀ। ਉਹਨੇ ਆਪਣੀ ਲਿਆਕਤ ਦੇ ਨਾਲ ਇੱਕ ਕੰਪਨੀ ਦੀ ਥਾਂ ਤੇ 3-4 ਕੰਪਨੀਆਂ ਫੌਜ ਦੀਆਂ ਬਣਾ ਲਈ। 3-4 ਉਹਨੇ ਮਿਸਲਾਂ ਬਣਾ ਲਈਆਂ ਫੌਜੀ ਜੰਗੀ ਜੰਗ ਕਰਨ ਵਾਲੀਆਂ। ਹਾਂਜੀ। ਦਿੱਲੀ ਅਤੇ ਆਗਰੋ ਗੰਗ ਵਿੱਚ ਬਹਿ ਮਾਰ। ਉਹਨੇ ਇਲਾਕਾ ਮੱਲ ਲਿਆ ਦਿੱਲੀ ਤੇ ਆਗਰੇ ਦੇ ਵਿਚਕਾਰਲਾ ਇਲਾਕਾ ਤੇ ਗੰਗ ਦੁਆਬ ਦਾ ਇਲਾਕਾ ਜਿਹੜਾ ਇਧਰ ਬਰੇਲੀ ਵਾਲੇ ਪਾਸੇ ਜਾ ਕੇ ਸਾਰਾ ਇਲਾਕਾ ਉਹਨੇ ਕਬਜ਼ੇ ਕਰ ਲਿਆ। ਕਾਫੀ ਦੂਰ ਤੱਕ ਉਹਨੇ ਮਾਰ ਮਾਰੀ ਮਰਹੱਟਿਆਂ ਦੇ ਥੱਲੇ ਰਹਿ ਕੇ। ਹਾਂਜੀ। ਚਾਉ ਪਈ ਮਰਹਟਣ ਕੋ ਤਬ ਸੰਸੋ ਪਇਓ। ਜਦੋਂ ਉਹਨੇ ਬਹੁਤ ਤਰੱਕੀ ਕਰ ਲਈ ਤੇ ਇਲਾਕਿਆਂ ਦੇ ਕਬਜ਼ੇ ਕਰਨ ਲੱਗ ਪਿਆ ਤੇ ਮਰਹੱਟਿਆਂ ਨੂੰ ਸ਼ੱਕ ਪੈ ਗਿਆ। ਚਾਹੇ ਮੁਲਕ ਉਸੈ ਤੇ ਲਿਓ। ਮਰਹੱਟਿਆਂ ਨੂੰ ਇਹ ਸ਼ੱਕ ਪੈ ਗਿਆ ਵੀ ਇਹ ਕਿਤੇ ਸਾਨੂੰ ਹੀ ਨਾ ਹੋਰ ਰੰਗ ਵਿਖਾ ਦੇਵੇ, ਸਾਡਾ ਜਰਨੈਲ ਕਿਤੇ ਸਾਡੇ ਤੇ ਹੀ ਭਾਰੂ ਨਾ ਪੈ ਜਾਵੇ। ਇਹ 3-4 ਕੰਪਨੀਆਂ ਬਣਾ ਬੈਠਾ, ਇਹ ਇਲਾਕੇ ਮੱਲਣ ਲੱਗ ਪਿਆ, ਕਿਤੇ ਸਾਡੇ ਤੋਂ ਖਿਸਕ ਨਾ ਜਾਵੇ। ਮਰਹੱਟਿਆਂ ਨੇ ਵਾਪਸ ਉਹਦੀ ਤਾਕਤ ਖੋਣੀ ਸ਼ੁਰੂ ਕਰ ਦਿੱਤੀ। ਪੀਰੂ ਮਨਸੂਬੋ ਠਹਿਰਾਇਓ। ਪੀਰੂ ਬੜਾ ਚਲਾਕ ਸੀ, ਮਰਹੱਟਿਆਂ ਦੀ ਚਾਲ ਸਮਝ ਗਿਆ। ਵੇਚ ਦੇਸ ਅੰਗਰੇਜ਼ਨ ਦੇ ਗਇਓ। ਉਹ ਪੀਰੂ ਵਾਪਸ ਫਰਾਂਸ ਨੂੰ ਜਾਣ ਲੱਗਾ ਵੀ ਇੱਥੇ ਤੇ ਹੁਣ ਮਰਹੱਟਿਆਂ ਨਾਲ ਮੇਰੀ ਦਾਲ ਗਲਣੀ ਕੋਈ ਨਹੀਂ, ਮੇਰੇ ਤੋਂ ਤਾਕਤਵਰ ਨੇ ਤੇ ਇਹ ਮੇਰੇ ਤੋਂ ਖੋ ਰਹੇ ਨੇ ਤਾਕਤ। ਪੀਰੂ ਆਪਣਾ ਇਲਾਕਾ ਜਿਹੜਾ ਸੀ ਨਾ ਜਿੰਨਾ ਕੋ ਉਹਨੇ ਮੱਲਿਆ ਸੀ ਉਹ ਅੰਗਰੇਜ਼ਾਂ ਨੂੰ ਵੇਚ ਗਿਆ। ਹੁਣ ਸੁਣੋ ਵੀ ਅੰਗਰੇਜ਼ ਕਿਵੇਂ ਦਿੱਲੀ 'ਚ ਵੜੇ ਆ। ਆਮ ਲੋਕਾਂ ਨੂੰ ਇਹ ਗੱਲਾਂ ਦਾ ਪਤਾ ਨਹੀਂ ਹੈ ਵੀ ਦਿੱਲੀ ਦੇ ਅੰਗਰੇਜ਼ਾਂ ਨੇ ਕਿਵੇਂ ਕਬਜ਼ਾ ਕੀਤਾ, ਕਿਵੇਂ ਅੰਗਰੇਜ਼ ਆਏ ਨੇ, ਕਿਵੇਂ ਉਹਨਾਂ ਦੀ ਕੰਪਨੀ ਬਣੀ। ਪਹਿਲਾਂ ਫਰਾਂਸੀਸੀ ਤਾਕਤ ਵਿੱਚ ਸੀਗੇ, ਅੰਗਰੇਜ਼ਾਂ ਦੀ ਇੰਨੀ ਤਾਕਤ ਨਹੀਂ ਸੀ। ਉਹ ਕਲਕੱਤੇ ਬੈਠੇ ਹੋਏ ਸਨ, ਥੋੜਾ ਉਹ ਵਪਾਰ ਵਪੂਰ ਕਰਦੇ ਸੀ, ਥੋੜੀਆਂ ਮਾਰਾਂ ਮਾਰਦੇ ਸੀ। ਫਰਾਂਸੀਸ ਦਾ ਜਿਹੜਾ ਪੀਰੋ ਡਬੋਈ ਦਾ ਭਾਣਜਾ, ਉਹ ਇਹਨਾਂ ਨੂੰ ਤਾਕਤ ਦੇ ਗਿਆ। ਉਹ ਕਹਿੰਦਾ ਜਿੰਨਾ ਕੁਝ ਮੇਰੇ ਕੋਲ ਆ ਤੁਸੀਂ ਸਾਂਭੋ, ਮੈਂ ਮਰਹੱਟਿਆਂ ਨੂੰ ਨਹੀਂ ਦੇਣਾ। ਵੀ ਮਰਹੱਟੇ ਮੇਰੇ ਮਾਲਕ ਨੇ, ਪਰ ਇਹ ਹੁਣ ਮੇਰੇ ਨਾਲ ਧੋਖਾ ਕਰਨ ਲੱਗੇ। ਮੈਂ ਇਹਨਾਂ ਵਾਸਤੇ ਕੰਮ ਕਰਦਾ ਰਿਹਾ, ਇਹ ਹੁਣ ਮੇਰੀ ਤਾਕਤ ਖੋਹਣ ਲੱਗੇ ਆ। ਉਹਨੇ ਆਪਣੀ ਤਾਕਤ ਬਣੀ ਬਣਾਈ ਜਿੰਨੀ ਰਿਆਸਤ ਸੀਗੀ ਉਹ ਮਰਹੱਟਿਆਂ ਦੀ ਥਾਂ ਤੇ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤੀ। 1860 ਸਾਲ 1860 ਇਹ ਬਿਕਰਮੀ ਹੈ। 1860 ਬਿਕਰਮੀ ਹੈ। ਇਹਦੇ ਵਿੱਚੋਂ 57 ਦੇ ਉਹ ਕੱਢ ਤੇ 1803 ਬਣਦੇ ਆ। 1803 ਈਸਵੀ ਜਦੋਂ ਇਧਰ ਪੰਜਾਬ ਵਿੱਚ ਮਹਾਰਾਜੇ ਰਣਜੀਤ ਸਿੰਘ ਦੇ ਰਾਜ ਨੂੰ ਸਿਰਫ 4 ਸਾਲ ਜਾਂ 3 ਸਾਲ ਹੀ ਹੋਏ ਸਨ, ਸਮਝ ਲਓ। ਇਹ ਉਦੋਂ ਦੀ ਗੱਲ ਹੈ। ਹਾਂਜੀ। ਗਇਓ ਮਰਹਟਣ ਕੋ ਬਹੁ ਗਾਲ। ਉਹ ਮਰਹੱਟਿਆਂ ਦਾ ਬੇੜਾ ਗਰਕ ਕਰਕੇ ਚਲਾ ਗਿਆ, ਮਰਹੱਟਿਆਂ ਨੂੰ ਗਾਲ ਗਿਆ। ਨਹੀਂ ਤੇ ਖਾਲਸਾ ਜੀ ਮਰਹੱਟਿਆਂ ਦਾ ਕਬਜ਼ਾ ਹੋਣਾ ਸੀ ਦਿੱਲੀ ਤੇ ਸਿੱਖਾਂ ਤੇ ਮਰਹੱਟਿਆਂ ਦੀਆਂ ਲੜਾਈਆਂ ਹੋਣੀਆਂ ਸਨ, ਹੋਈਆਂ ਵੀ ਨੇ। ਅੰਬਾਲੇ ਦੇ ਕੋਲ ਸ਼ੰਭੂ ਸਟੇਸ਼ਨ ਹੈ ਨਾ ਜਿਹੜਾ, ਉਹਦੇ ਲਾਗੇ ਮਰਦਾਪੁਰ ਪਿੰਡ ਆ, ਉੱਥੇ ਮਰਹੱਟਿਆਂ ਦੀ ਤੇ ਮਹਾਰਾਜਾ ਪਟਿਆਲਾ ਦੇ ਰਾਜੇ ਸਾਹਿਬ ਸਿੰਘ ਦੀ ਭੈਣ ਰਾਣੀ ਸਾਹਿਬ ਕੌਰ ਦੀ ਜੰਗ ਹੋਈ 1793 ਵਿੱਚ। ਯਾਨੀ ਇਸ ਘਟਨਾ ਤੋਂ 10 ਸਾਲ ਪਹਿਲਾਂ ਬੜੀ ਕਰੜੀ ਜੰਗ ਹੋਈ। ਮਰਹੱਟੇ ਲਗਭਗ 1.5-2 ਲੱਖ ਫੌਜ ਲੈ ਕੇ ਆਏ ਸੀ ਪੰਜਾਬ ਨੂੰ ਬਰਬਾਦ ਕਰਨ ਲਈ, ਪਰ ਰਾਣੀ ਸਾਹਿਬ ਕੌਰ ਬੜੀ ਮਰਦਾਂ ਤਰ੍ਹਾਂ ਉੱਥੇ ਲੜੀ ਸੀ ਤੇ ਉਹਨੇ ਫੌਜ ਨੂੰ ਭਜਾਇਆ ਸੀ ਮਰਹੱਟਿਆਂ ਦੀ ਨੂੰ। ਸੋ ਉਹ ਮਰਹੱਟਿਆਂ ਦੀ ਮਹਾਰਾਜਾ ਰਣਜੀਤ ਸਿੰਘ ਨਾਲ ਵੀ ਸਿੱਖਾਂ ਨਾਲ ਵੀ ਟੱਕਰ ਹੋਣੀ ਸੀ, ਔਰ ਪਹਿਲਾਂ ਹੁੰਦੀ ਵੀ ਰਹੀ ਹੈ ਮਿਸਲਾਂ ਦੇ ਨਾਲ। ਪਰ ਭਾਣਾ ਉਹ ਹੁੰਦਾ ਪਰਮੇਸ਼ਰ ਨੂੰ ਜੋ ਮਨਜ਼ੂਰ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਅੰਗਰੇਜ਼ਾਂ ਦਾ ਉੱਥੇ ਰਾਜ ਕਰਾ ਗਿਆ ਤੇ ਮਰਹੱਟਿਆਂ ਦਾ ਬੇੜਾ ਗਰਕ ਕਰਕੇ ਪੀਰੂ ਵਾਪਸ ਫਰਾਂਸ ਚਲਾ ਗਿਆ। ਹਾਂਜੀ।
ਲਿਓ ਮੁਲਕ ਅੰਗਰੇਜ਼ਨ ਰੋਕ। ਇਸ ਤਰ੍ਹਾਂ ਦਿੱਲੀ ਦੇ ਉੱਤੇ ਤੇ ਆਲੇ ਦੁਆਲੇ ਮੁਲਕ ਦੇ ਉੱਤੇ ਆਗਰਾ ਦਾ ਇਲਾਕਾ, ਦਿੱਲੀ ਦਾ ਇਲਾਕਾ, ਇੱਥੋਂ ਤੱਕ ਵੀ ਕਹਿ ਲਓ ਵੀ ਘੱਗਰ ਤੱਕ ਦਾ ਇਲਾਕਾ ਜਿਹੜਾ ਹੈ ਇਹ ਅੰਗਰੇਜ਼ਾਂ ਦੇ ਪਹਿਰੇ ਵਿੱਚ ਆ ਗਿਆ 1803 ਵਿੱਚ। ਹਾਂਜੀ, ਮਰਹਟਨ ਕੈ ਘਰ ਪਰ ਗਇਓ ਸ਼ੋਕ। ਮਰਾਠਿਆਂ ਨੂੰ ਬੜਾ ਦੁੱਖ ਹੋਇਆ, ਬੜਾ ਸ਼ੋਕ ਹੋਇਆ, ਹੱਥ ਮਲਦੇ ਰਹਿ ਗਏ ਵਿਚਾਰੇ ਵੀ ਸਾਡਾ ਹੀ ਜਰਨੈਲ ਸਾਨੂੰ ਹੀ ਲਾ ਗਿਆ ਅੰਗਰੇਜ਼ਾਂ ਦੇ ਥੱਲੇ, ਸਾਰਾ ਕੁਝ ਖੋ ਕੇ ਅੰਗਰੇਜ਼ਾਂ ਨੂੰ ਦੇ ਗਿਆ। ਸੋ ਬੜੀ ਸੋਚਾਂ 'ਚ ਪਈ ਅੰਗਰੇਜ਼ ਮਰਾਠਿਆਂ ਦੀ ਫੌਜ। ਹਾਂਜੀ, ਦਿੱਲੀ ਆਏ ਵੜਿਓ ਕਰਨੈਲ। ਤੇ ਉਹਨਾਂ ਦਾ ਜਿਹੜਾ ਜਰਨਲ ਸੀ ਨਾ ਅੰਗਰੇਜ਼ਾਂ ਦਾ, ਉਹਦਾ ਨਾਮ ਸੀ ਮਿਸਟਰ ਆਫਟਰ ਲੋਨੀ। ਆਫਟਰ ਲੋਨੀ ਕਰਨਲ ਉਹ ਦਿੱਲੀ ਦੇ ਵਿੱਚ ਆ ਵੜਿਆ 1803 ਦੇ ਵਿੱਚ। ਲੋਣੀ ਅਖਤਰ ਜੋਕਰ ਜਰਨੈਲ। ਉਸ ਜਰਨੈਲ ਦਾ ਨਾਮ ਆਫਟਰ ਲੋਨੀ, ਆਮ ਪੰਜਾਬੀ ਚ ਉਹਨੂੰ ਲੋਣੀ ਅਖਤਰ ਹੀ ਕਹਿ ਦਿੰਦੇ ਨੇ। ਹਾਂਜੀ, ਸਿੰਘਨ ਘੇਰ ਲਈ ਚੜ ਦਿੱਲੀ। ਇਧਰੋਂ ਖਾਲਸੇ ਨੇ ਦਿੱਲੀ ਨੂੰ ਜਾ ਘੇਰਾ ਪਾਇਆ, ਸਿੰਘਾਂ ਨੇ ਘੇਰ ਲਈ ਚੜ ਦਿੱਲੀ। ਬਾਬਾ ਬਘੇਲ ਸਿੰਘ ਜੀ, ਜਥੇਦਾਰ ਬਾਬਾ ਜੱਸਾ ਸਿੰਘ ਜੀ ਕਈ ਵਾਰ ਦਿੱਲੀ ਨੂੰ ਘੇਰਾ ਪਾਇਆ। ਸਾਲ ਪਿੱਛੋਂ ਜਾ ਕੇ ਦਿੱਲੀ ਤੇ ਕਬਜ਼ਾ ਕਰ ਲੈਂਦੇ ਸੀ ਤੇ ਉਹਨੇ ਨੂੰ ਹੋਲਾ ਮਹੱਲਾ ਆ ਜਾਂਦਾ ਸੀਗਾ, ਤੇ ਸਿੰਘਾਂ ਨੇ ਆਖਣਾ ਹੋਲਾ ਮਹੱਲਾ ਦੇ ਸਾਲ ਪਿੱਛੋਂ ਆਉਣਾ ਦਿੱਲੀ ਤੇ ਆਪਾਂ ਫੇਰ ਮਾਰ ਲਾਂਗੇ। ਕਹਿੰਦੇ ਆਖੋ ਸ੍ਰੀ ਵਾਹਿਗੁਰੂ, ਕਿਹੋ ਜਿਹੇ ਸਿੰਘ ਸੀਗੇ। ਕਹਿੰਦੇ ਜਿਹੋ ਜੀ ਬਿੱਲੀ ਮਾਰੀ ਉਹੋ ਜੀ ਦਿੱਲੀ ਮਾਰੀ, ਇਹ ਕਿਹੜੀ ਵੱਡੀ ਗੱਲ ਹੈ, ਚਲੋ ਹੋਲਾ ਮਹੱਲਾ ਮਨਾ ਕੇ ਫੇਰ ਆ ਜਾਵਾਂਗੇ। ਏਦਾਂ ਸਿੰਘ ਵਾਪਸ ਆ ਜਾਂਦੇ ਸੀ ਰਾਜ ਛੱਡ ਕੇ, ਫੇਰ ਜਾ ਕੇ ਦਿੱਲੀ ਮਾਰ ਲੈਂਦੇ ਸੀ। ਏਦਾਂ ਸਿੰਘਾਂ ਦਾ ਬੋਲਬਾਲਾ ਸੀ ਉਸ ਵੇਲੇ। ਤੇ ਜਥੇਦਾਰ ਬਘੇਲ ਸਿੰਘ ਜੀ ਛਲੋਦੀ ਕਰਨਾਲ ਦੇ ਲਾਗੇ ਬੈਠੇ ਹੋਏ ਸੀ, ਕਰੋੜ ਸਿੰਘੀਆ ਮਿਸਲ ਦੇ। ਜਦੋਂ ਲੋੜ ਪੈਂਦੀ ਸੀ ਦਿੱਲੀ ਦੇ ਬਾਦਸ਼ਾਹ ਨੂੰ ਡਰਾ ਲੈਂਦੇ ਸੀ, ਨਜ਼ਰਾਨਾ ਲੈ ਲੈਂਦੇ ਸੀ ਵੀ ਸਿੰਘ ਆ ਰਹੇ ਨੇ, ਮੈਨੂੰ ਦੇ ਦੇ, ਤੈਨੂੰ ਮੈਂ ਸਿੰਘਾਂ ਨੂੰ ਠੰਡਾ ਕਰ ਦਿੰਦਾ। ਬਾਦਸ਼ਾਹ ਡਰਦਾ ਮਾਰਾ ਸਿੰਘ ਬਘੇਲ ਸਿੰਘ ਨੂੰ ਰਸਤਾਂ ਬਸਤਾਂ ਦੇ ਕੇ ਠੰਡਾ ਕਰ ਦਿੰਦਾ ਸੀ। ਬਘੇਲ ਸਿੰਘ ਸਿੰਘਾਂ ਨੂੰ ਕਹਿੰਦਾ ਸੀ ਕੋਈ ਨਹੀਂ ਸ਼ਾਂਤ ਰਹੋ। 2 ਮਹੀਨੇ ਲੰਘਦੇ ਸੀ, ਫੇਰ ਬਘੇਲ ਸਿੰਘ ਸਿੰਘਾਂ ਨੂੰ ਬੁਲਾਉਣ ਦਾ ਧਮਕੀ ਦੇ ਦਿੰਦਾ ਸੀ ਵੀ ਸਿੰਘ ਆ ਰਹੇ ਨੇ, ਰਸਤਾਂ ਬਸਤਾਂ ਦੇ ਦੇ ਖਾਲਸੇ ਨੂੰ। ਉਦੋਂ ਹੀ ਗੁਰਦੁਆਰਾ ਸੀਸਗੰਜ, ਬੰਗਲਾ ਸਾਹਿਬ, ਸਾਰੇ ਗੁਰਦੁਆਰੇ ਬਣਾਏ ਸੀ ਕਿ ਕਥਾ ਆਉਣੀ ਹੈ ਪੰਥ ਪ੍ਰਕਾਸ਼ ਵਿੱਚ। ਸੋ ਇਹ ਉਸ ਸਮੇਂ ਦਾ ਵਾਕਿਆ ਜਦੋਂ ਅੰਗਰੇਜ਼, ਮਰਾਠੇ, ਫਰਾਂਸੀ ਤੇ ਸਿੱਖ ਤੇ ਮੁਸਲਮਾਨ ਸਾਰੀਆਂ ਤਾਕਤਾਂ ਆਪਸ ਵਿੱਚ ਇਸ ਤਾਕ ਵਿੱਚ ਵੀ ਸਾਡਾ ਰਾਜ ਹੋ ਜੇ, ਸਾਡਾ ਹੋ ਜੇ। ਮਰਾਠੇ ਕਹਿੰਦੇ ਸੀ ਸਾਡਾ ਹੋ ਜੇ, ਸਿੱਖ ਕਹਿੰਦੇ ਸੀ ਸਾਡਾ ਦਿੱਲੀ ਤੇ ਕਬਜ਼ਾ ਹੋ ਜੇ, ਅੰਗਰੇਜ਼ ਕਹਿੰਦੇ ਸਾਡਾ ਹੋ ਜੇ। ਤੇ ਇਸ ਤਰ੍ਹਾਂ ਸਾਰੀਆਂ ਤਾਕਤਾਂ ਆਪਸ ਵਿੱਚ ਗੁੱਥਮ ਗੁੱਥਾ ਹੋ ਰਹੀਆਂ ਸਨ। ਇਹ ਉਸ ਵੇਲੇ ਦੀ ਗੱਲ ਹੈ। ਹਾਂਜੀ, ਗੱਲ ਅੰਗਰੇਜ਼ਨ ਕਰ ਦਈ ਢਿੱਲੀ। ਕਹਿੰਦੇ ਸਿੰਘਾਂ ਨੇ ਜਾ ਕੇ ਅੰਗਰੇਜ਼ਾਂ ਦੀ ਗੱਲ ਢਿੱਲੀ ਪਾਤੀ। ਅੰਗਰੇਜ਼ ਦੇ ਵਿਚਾਰੇ ਨਵੇਂ ਸ਼ੌਂਕ ਨਾਲ ਮੁੱਛਾਂ ਨੂੰ ਤਾ ਦੇ ਕੇ ਆਏ ਸੀ ਦਿੱਲੀ ਵੀ ਰਾਜ ਕਰਾਂਗੇ। ਬਘੇਲ ਸਿੰਘ ਨੇ ਜਾ ਕੇ ਉਹਨਾਂ ਨੂੰ ਵੀ ਵਕਤ ਪਾ ਦਿੱਤਾ। ਅੰਗਰੇਜ਼ਨ ਜਰਨੈਲ ਮਨ ਗੁੱਸਾ ਆਇਆ। ਅੰਗਰੇਜ਼ਾਂ ਦਾ ਜਰਨੈਲ ਜਿਹੜਾ ਸੀ ਉਹਨੂੰ ਬੜਾ ਗੁੱਸਾ ਲੱਗਾ ਵੀ ਇਹ ਕੌਣ ਨੇ ਦਮਾਲਿਆਂ ਵਾਲੇ, ਇਹ ਕੌਣ ਨੇ ਦਾੜੀਆਂ ਵਾਲੇ, ਚੜ ਕੇ ਆ ਜਾਂਦੇ ਨੇ ਧੌਣ ਤੇ ਤਲਵਾਰ ਰੱਖ ਕੇ, ਕਹਿੰਦੇ ਰੱਖੋ ਰਸਤਾ ਇੱਥੇ, ਤੇ ਖੋ ਖਾ ਕੇ ਖਾਕ ਵੀ ਕਿਉਂ ਜਾਂਦੇ ਨੇ, ਇਹਨਾਂ ਨੂੰ ਪਤਾ ਕਰੀਏ ਕੌਣ ਨੇ। ਹਾਂਜੀ, ਨਹਿ ਸਿੰਘਨ ਸੋ ਜੋਰ ਬਸਾਇਆ। ਸਿੰਘਾਂ ਨਾਲ ਅੰਗਰੇਜ਼ਾਂ ਦਾ ਜ਼ੋਰ ਪੂਰਾ ਨਹੀਂ ਪੈਂਦਾ। ਖਾਲਸੇ ਨੂੰ ਮਾਰੇ ਪ੍ਰਤਾਪ ਹੀ ਐਸਾ ਦਿੱਤਾ ਸਤਿਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਕੋਈ ਸਾਹਮਣੇ ਅੜਿਆ ਹੀ ਨਹੀਂ। ਅੜੇ ਸੋ ਝੜੇ, ਸ਼ਰਨ ਪਰੇ ਸੋ ਤਰੇ। ਬਾਬਾ ਬਘੇਲ ਸਿੰਘ ਜੀ, ਬਾਬਾ ਜੱਸਾ ਸਿੰਘ ਜੀ, ਬੜੇ ਬੜੇ ਸੂਰਮੇ ਸਿੰਘ ਜਰਨੈਲ ਜਦੋਂ ਦਿੱਲੀ ਵੱਲ ਮੂੰਹ ਕਰਦੇ ਤੇ ਅੰਗਰੇਜ਼ਾਂ ਦਾ ਰੰਗ ਉੱਡ ਜਾਂਦਾ ਸੀ। ਤਬ ਅੰਗਰੇਜ਼ਨ ਪੁੱਛਿਓ ਪਾਤਸ਼ਾਹੇ। ਤਾਂ ਅੰਗਰੇਜ਼ਾਂ ਨੇ ਉਸ ਵੇਲੇ ਜਿਹੜਾ ਬਾਦਸ਼ਾਹ ਸੀ ਨਾ ਮੁਸਲਮਾਨ, ਔਰੰਗਜ਼ੇਬ ਦੀ ਔਲਾਦ ਵਿੱਚੋਂ, ਉਹਦਾ ਨਾਮ ਸੀ ਸ਼ਾਹ ਆਲਮ, ਜਿਹਦਾ ਆਮ ਬਾਦਸ਼ਾਹੀ ਤੋਂ ਖਲਸੀ ਨਾਮ ਸ਼ਾਹ ਆਲਮ ਸੀ, ਪਰ ਮਾਪਿਆਂ ਨੇ ਨਾਮ ਰੱਖਿਆ ਸੀ ਗੌਰ ਅਲੀ। ਗੌਰ ਅਲੀ ਸ਼ਾਹ ਆਲਮ ਉਹ ਬਹਾਦਰ ਸ਼ਾਹ ਜ਼ਫਰ ਦਾ ਪਿਓ ਸੀਗਾ। ਜਿਹੜਾ ਬਹਾਦਰ ਸ਼ਾਹ ਜ਼ਫਰ ਹੋਇਆ ਨਾ ਬਾਅਦ ਵਿੱਚ, ਉਹਦਾ ਪਿਓ ਸੀਗਾ ਗੌਰ ਅਲੀ। ਗੌਰ ਅਲੀ ਬਾਦਸ਼ਾਹ ਨੂੰ ਅੰਗਰੇਜ਼ਾਂ ਨੇ, ਜਨਰਲ ਆਫਟਰ ਲੋਨੀ ਨੇ ਲਾਲ ਕਿਲੇ ਵਿੱਚ ਬਹਿ ਕੇ ਸਵਾਲ ਪੁੱਛਿਆ, ਸਿੰਘਨ ਮੁਲਕ ਦਿਓ ਕਿਨ ਆਹੇ। ਉਹ ਅੰਗਰੇਜ਼ ਪੁੱਛਦਾ, ਕਹਿੰਦਾ ਵੀ ਬਾਦਸ਼ਾਹ ਸਲਾਮ ਤੇ ਜਿਹੜੇ ਰੋਜ਼ ਚੜ ਕੇ ਆ ਜਾਂਦੇ ਨੇ, ਇਹਨਾਂ ਨਾਲ ਤੁਸੀਂ ਕਈ ਵਾਰੀ ਸਮਝੌਤਾ ਵੀ ਕਰਦੇ ਹੋ, ਫੇਰ ਆ ਜਾਂਦੇ ਨੇ, ਇਹਦਾ ਮਹੀਨਾ ਨਹੀਂ ਟੱਪਣ ਦਿੰਦੇ ਦਿੱਲੀ ਆ ਕੇ, ਕਹਿੰਦੇ ਲਿਆਓ ਰਸਤਾਂ ਬਸਤਾਂ ਦਿਓ ਲੰਗਰ ਦੀਆਂ, ਤੇ ਤੁਸੀਂ ਰੋਜ਼ ਇਹਨਾਂ ਨੂੰ ਲੱਖਾਂ ਰੁਪਈਆ ਚੁੱਕ ਕੇ ਦੇ ਦਿੰਦੇ ਹੋ। ਇਹ ਰਾਜ ਕਰਦੇ ਪਏ ਨੇ ਸੁਣਿਆ ਪੰਜਾਬ ਦੇ ਵਿੱਚ, ਇਹ ਕੌਣ ਨੇ?
ਦੋਹਰਾ ਸਿੰਘਾਂ ਨੂੰ ਰਾਜ ਦਿੱਤਾ ਕਿਹਨੇ ਹੈ? ਤੁਸੀਂ ਇਹਨਾਂ ਨੂੰ ਪਾਤਸ਼ਾਹੀ ਦਿੱਤੀ ਹੈ ਜਾਂ ਇਹ ਐਵੇਂ ਹੀ ਧੱਕੇ ਨਾਲ ਹੀ ਕਬਜ਼ਾ ਕਰੀ ਬੈਠੇ ਨੇ? ਕੌਣ ਨੇ? ਕਿਉਂਕਿ ਦਿੱਲੀ ਦਾ ਬਾਦਸ਼ਾਹ ਹਿੰਦੁਸਤਾਨ ਦਾ ਮਾਲਕ ਹੈ। ਤੇ ਉਹਨੂੰ ਪੁੱਛੜੇ ਨੇ ਅੰਗਰੇਜ਼ ਵੀ ਤੇਰੇ ਮੁਲਕ ਦੇ ਵਿੱਚ ਇਹ ਕਿਹੜੇ ਆ ਗਏ ਜਿਹੜੇ ਤੈਨੂੰ ਵੀ ਆ ਕੇ ਅੱਖਾਂ ਵਿਖਾਉਂਦੇ ਨੇ, ਤੇਰੇ ਕੋਲੋਂ ਹੀ ਨਿਸ਼ਾਨੇ ਲੈਂਦੇ ਨੇ? ਇਹਨਾਂ ਬਾਰੇ ਦੱਸ ਜਰਾ। ਹਾਂਜੀ। ਦੋਹਰਾ ਮਾਰਿਓ ਕੌਣ ਗਨੀਮ ਇਨ, ਹਾਂ, ਕੌਣ ਸਵਾਰਿਓ ਕਾਮ। ਇਹਨਾਂ ਨੇ ਤੁਹਾਡਾ ਕੋਈ ਕੰਮ ਸਵਾਰਿਆ ਵੀ ਹੈ ਕਿ ਐਵੇਂ ਧੱਕੇ ਨਾਲ ਹੀ ਤੁਹਾਡੇ ਕੋਲੋਂ ਖਾਈ ਜਾਂਦੇ ਨੇ? ਇਹਨਾਂ ਨੇ ਕੋਈ ਦੁਸ਼ਮਣ ਮਾਰਿਆ, ਕੋਈ ਵੱਡਾ ਮੋਰਚਾ ਇਹਨਾਂ ਨੇ ਫਤਿਹ ਕੀਤਾ ਜੇ ਤੁਹਾਡਾ ਕੰਮ ਸਵਾਰਿਆ ਹੋਵੇ ਦਿੱਲੀ ਤਖਤ ਦਾ, ਕੋਈ ਤੁਹਾਡਾ ਫਾਇਦਾ ਕੀਤਾ ਹੋਵੇ ਤੇ ਤੁਸੀਂ ਇਹਨਾਂ ਨੂੰ ਦਿਓ ਤੇ ਖਾਈ ਜਾਣ? ਪਰ ਇਹ ਤੇ ਰੋਜ਼ ਆ ਕੇ ਘੂਰਦੇ ਵੀ ਨੇ ਤੇ ਖਾਂਦੇ ਵੀ ਨੇ। ਕੌਣ ਨੇ ਇਹ? ਜਿਨੋ ਪਟੋ ਲਿਖਾਏ ਜਿਨ, ਕਹੋ ਸ਼ਾਹੇ ਉਸ ਨਾਮ। ਤੁਹਾਡੇ ਕਿਸੇ ਵੱਡੇ ਬਾਦਸ਼ਾਹ ਨੇ ਇਹਨਾਂ ਨੂੰ ਕੋਈ ਪਟਾ ਲਿਖ ਕੇ ਦਿੱਤਾ ਹੋਇਆ ਵੀ ਪੰਜਾਬ ਦਾ ਰਾਜ ਕਰੀ ਜਾਓ? ਇਹ ਤੁਹਾਡੇ ਤੋਂ ਮਨਜ਼ੂਰੀ ਲੈ ਕੇ ਰਾਜ ਕਰਦੇ ਨੇ ਕਿ ਐਵੇਂ ਧੱਕੇ ਨਾਲ ਹੀ ਦੱਬ ਕੇ ਬੈਠੇ ਨੇ? ਚਾਓ ਪਈ ਤਬ ਪਾਤਸ਼ਾਹੇ ਉੱਤਰ ਕਹਿਓ। ਖਾਲਸਾ ਜੀ ਗੱਲ ਨੋਟ ਕਰਿਆ ਜੇ, ਅੱਜ ਨਾ ਇੰਡੀਆ ਵਿੱਚ ਇਹ ਬੜੀ ਗੱਲ ਕਹਿੰਦੇ ਆ ਵੀ ਸਿੱਖਾਂ ਨੇ ਗਦਾਰੀ ਕੀਤੀ ਸੀ ਤੇ ਤਾਂ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਸੀਗਾ। ਇਹ ਗੱਲ ਬੜੀ ਪ੍ਰਚਾਰ ਹੈ ਇੰਡੀਆ ਦੇ ਵਿੱਚ, ਵੱਡੇ ਵੱਡੇ ਪ੍ਰੋਫੈਸਰ ਕਰਦੇ ਹੁੰਦੇ ਆ, ਕਾਲਜਾਂ ਯੂਨੀਵਰਸਿਟੀਆਂ 'ਚ ਗੱਲਾਂ ਪੜ੍ਹਾਈਆਂ ਜਾਂਦੀਆਂ ਉੱਥੇ ਵੀ ਸਿੱਖਾਂ ਨੇ ਨਾ 1857 ਦੇ ਗਦਰ ਵਿੱਚ ਅੰਗਰੇਜ਼ਾਂ ਦਾ ਸਾਥ ਦਿੱਤਾ ਤੇ ਤਾਂ ਬਹਾਦਰ ਸ਼ਾਹ ਜ਼ਫਰ ਹਾਰਿਆ। ਪਰ ਇਹ ਨਹੀਂ ਪਤਾ ਉਹਨਾਂ ਲੋਕਾਂ ਨੂੰ ਵੀ ਬਹਾਦਰ ਸ਼ਾਹ ਦੇ ਪਿਓ ਨੇ ਸਿੱਖਾਂ ਦੇ ਖਿਲਾਫ ਕੀ ਜ਼ਹਿਰ ਉਗਲਿਆ ਸੀਗਾ। ਉਹਦੇ ਮੁੱਢ ਤੋਂ ਹੀ ਉਗਲਦੇ ਰਹੇ ਨੇ, ਬਾਬਰ ਤੋਂ ਲੈ ਕੇ ਜਹਾਂਗੀਰ ਤੇ ਫਿਰ ਔਰੰਗਜ਼ੇਬ, ਉਹਨਾਂ ਨੇ ਕੋਈ ਘੱਟ ਤਾਂ ਕੀਤੀ ਨਹੀਂ। ਪਰ ਜੇ ਆਪਾਂ ਦੇਖੀਏ ਵੀ ਜਦੋਂ ਆਰਾਮ ਦਾ ਮੌਕਾ ਸੀ ਉਦੋਂ ਵੀ ਉਹਨਾਂ ਨੇ ਕਸਰ ਨਹੀਂ ਛੱਡੀ। ਬਹਾਦਰ ਸ਼ਾਹ ਦੇ ਪਿਓ ਗੌਰ ਅਲੀ ਬਾਦਸ਼ਾਹ ਸ਼ਾਹ ਆਲਮ ਦਿੱਲੀ ਦੇ ਬਾਦਸ਼ਾਹ ਨੇ ਅੰਗਰੇਜ਼ਾਂ ਨੂੰ ਸਾਡੇ ਬਾਰੇ ਕੀ ਬਿਆਨ ਦਿੱਤਾ, ਸੁਣੋ ਜਰਾ। ਨਹੀਂ ਸ਼ਾਹੇ ਕਿਨ ਇਨ ਕਉ ਲਿਖ ਦਇਓ। ਉਹ ਕਹਿਣ ਲੱਗਾ ਅੰਗਰੇਜ਼ਾਂ ਨੂੰ, ਕਹਿੰਦਾ ਸਾਹਿਬ ਇਹਨਾਂ ਨੂੰ ਕਿਸੇ ਬਾਦਸ਼ਾਹ ਨੇ ਕੁਝ ਨਹੀਂ ਲਿਖ ਕੇ ਦਿੱਤਾ ਹੋਇਆ, ਇਹ ਐਵੇਂ ਧੱਕੇ ਨਾਲ ਹੀ ਕਰਦੇ ਨੇ। ਇਹਨਾਂ ਨੂੰ ਅਸੀਂ ਕੋਈ ਲਿਖ ਕੇ ਨਹੀਂ ਦਿੱਤਾ ਵੀ ਤੁਸੀਂ ਰਾਜ ਕਰ ਲਓ। ਨਹੀਂ ਕਾਮ ਕੋ ਇਨੈ ਸਵਾਰਿਓ। ਇਹਨਾਂ ਨੇ ਸਾਡਾ ਕੰਮ ਵੀ ਕੋਈ ਨਹੀਂ ਦੇਸ਼ ਦਾ ਸਵਾਰਿਆ। ਇਹ ਤਾਂ ਜਰੈਮ ਪੇਸ਼ਾ ਲੋਕ ਨੇ, ਜ਼ੁਲਮ ਕਰਨ ਵਾਲੇ, ਡਾਕੇ ਮਾਰਨ ਵਾਲੇ, ਇਹ ਤਾਂ ਕਤਲ ਕਰਨ ਵਾਲੇ ਬੰਦੇ ਨੇ ਤੇ ਇਹਨਾਂ ਨੇ ਸਾਡਾ ਕੱਖ ਨਹੀਂ ਸਵਾਰਿਆ ਦੇਸ਼ ਦਾ। ਨਹਿ ਗਨੀਮ ਕੋ ਇਨ ਨੈ ਮਾਰਿਓ। ਨਾ ਇਹਨਾਂ ਨੇ ਕੋਈ ਦੁਸ਼ਮਣ ਮਾਰਿਆ ਹੈ। ਨਿਜਮਲ ਮੁਗਲ ਨੈ ਨਾਦਰ ਬੁਲਾਇਓ। ਇਹਨਾਂ ਦਾ ਕਾਰਨ ਅਸੀਂ ਇਹ ਦੱਸਦੇ ਹਾਂ ਵੀ ਸਾਡਾ ਨਿਜ਼ਾਮੁਲ ਮੁਲਕ ਇੱਕ ਹੋਇਆ ਪਹਿਲਾਂ ਵੱਡਾ, ਉਹਨੇ ਨਾਦਰ ਸ਼ਾਹ ਨੂੰ ਬੁਲਾ ਲਿਆ ਸੀ। ਜਦੋਂ ਨਾਦਰ ਸ਼ਾਹ ਸਾਡੇ ਤੇ ਚੜ ਕੇ ਆਇਆ ਸੀਗਾ ਮੁਗਲਾਂ ਨਾਲ ਲੜਨ ਵਾਸਤੇ, ਉਦੋਂ ਇਹਨਾਂ ਸਿੱਖਾਂ ਨੂੰ ਮੌਕਾ ਮਿਲ ਗਿਆ ਸੀ ਤੇ ਇਹ ਉੱਠ ਪਏ ਸਨ ਤੇ ਇਹਨਾਂ ਨੇ ਪੰਜਾਬ ਮੱਲ ਲਿਆ ਸੀ। ਦਿੱਲੀ ਕਉ ਉਨਨਾਸ ਕਰਾਇਓ। ਨਾਦਰ ਸ਼ਾਹ 1738 ਦੇ ਵਿੱਚ ਆਇਆ ਸੀਗਾ, ਯਾਨੀ ਇਸ ਘਟਨਾ ਤੋਂ ਕੋਈ 65 ਸਾਲ ਪਹਿਲਾਂ ਦੀ ਗੱਲ ਯਾਦ ਕਰਾ ਰਿਹਾ। ਉਹ ਕਹਿੰਦਾ 65 ਸਾਲ ਹੋ ਗਏ ਨੇ ਵੀ ਇੱਕ ਨਾਦਰ ਸ਼ਾਹ ਈਰਾਨ ਤੋਂ ਚੜ ਕੇ ਆਇਆ ਸੀ, ਉਹਨੇ ਜਦੋਂ ਦਿੱਲੀ ਦਾ ਨਾਸ ਕੀਤਾ ਸੀ। ਰੋਹੇਲੇ ਨਜੀਬੇ ਅਹਿਮਦ ਸ਼ਾਹੇ ਸਦਵਾਇਓ। ਫਿਰ ਇੱਕ ਨਜੀਬ ਦੌਲਾ ਸੀਗਾ ਰੋਹੇਲਿਆਂ ਚੋਂ, ਵਜ਼ੀਰ ਆਜ਼ਮ ਦਿੱਲੀ ਦਾ, ਉਹਨੇ ਨਾਦਰ ਦੇ ਚੇਲੇ ਅਹਿਮਦ ਸ਼ਾਹ ਅਬਦਾਲੀ ਨੂੰ ਸੱਦ ਲਿਆ ਸੀ ਹਿੰਦੁਸਤਾਨ ਤੇ ਹਮਲਾ ਕਰਨ ਲਈ। ਭਾਊ ਮਰਹਟੋ ਉਨੈ ਗਲਵਾਇਓ। ਜਿਹਦੇ ਨਾਲ ਭਾਊ ਮਰਹਟਿਆਂ ਦੀ ਲੜਾਈ ਹੋਈ ਸੀ ਤੇ ਮਰਹਟੇ ਮਾਰੇ ਸਨ। ਆਪ ਥੱਕ ਕੇ ਬਹੁ ਮੁੜ ਗਇਓ। ਅਹਿਮਦ ਸ਼ਾਹ ਅਬਦਾਲੀ ਕਈ ਵਾਰੀ ਆਇਆ ਸੀ ਤੇ ਥੱਕ ਕੇ ਵਾਪਸ ਮੁੜ ਗਿਆ ਸੀ ਆਪਣੇ ਮੁਲਕ ਨੂੰ। ਮੁਲਕ ਆਕੀ ਇਮ ਉਸ ਤੇ ਰਹਿਓ। ਇਸ ਕਰਕੇ ਅਸੀਂ ਤਾਂ ਅਹਿਮਦ ਸ਼ਾਹ ਨਾਲ ਲੜਦੇ ਰਹਿ ਗਏ ਤੇ ਇਹਨਾਂ ਸਿੱਖਾਂ ਦੇ ਲੋਕ ਜੱਟਾਂ ਨੇ, ਪਿੰਡ ਦੇ ਪੰਜਾਬੀਆਂ ਨੇ ਡਾਂਗਾ ਸੋਟੇ ਚੁੱਕ ਚੁੱਕ ਕੇ ਪਿੰਡਾਂ ਦੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਤੇ ਇਹ ਜਿਹੜੇ ਲੋਕ ਸੀ ਜਰੈਮ ਪੇਸ਼ਾ ਜੇ ਲੋਕ ਸੀਗੇ, ਇਹਨਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ। ਇਹ ਆਕੀ ਹੋ ਗਏ ਸਾਡੇ ਤੋਂ। ਹਾਂਜੀ। ਸ਼ਾਹੇ ਦੁਸ਼ਟ ਇਮ ਕਪਟ ਉਚਾਰਾ। ਇਹਨਾਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ, ਇਹ ਕੋਈ ਵਧੀਆ ਬੰਦੇ ਨਹੀਂ, ਇਹ ਜਰਾਇਮ ਪੇਸ਼ਾ ਲੋਕ ਨੇ ਤੇ ਇਹ ਡਾਕੇ ਡੁਕੇ ਮਾਰਦੇ ਨੇ ਤੇ ਇਹ ਪੰਜਾਬ ਤੇ ਕਬਜ਼ਾ ਕਰੀ ਬੈਠੇ। ਇਹਨਾਂ ਦਾ ਕੋਈ ਰਾਜ ਭਾਗ ਨਹੀਂ, ਇਹ ਗਰੀਬ ਲੋਕ ਸੀ, ਸਾਡੀ ਰਈਅਤ ਸੀਗੇ, ਸਾਡੀ ਪਰਜਾ ਸੀਗੇ ਤੇ ਇਹ ਹੌਲੇ ਹੌਲੇ ਪੰਜਾਬ ਦੇ ਰਾਜੇ ਬਣ ਬੈਠੇ ਨੇ। ਸਿੰਘ
ਸਿੰਘਨ ਉਪਰ ਤੋੜਾ ਝਾੜਾ। ਏਦਾਂ ਉਸ ਦੁਸ਼ਟ ਕਪਟੀ ਬਾਦਸ਼ਾਹ ਨੇ ਖਾਲਸੇ ਦੇ ਤੋੜਾ ਝਾੜ ਦਿੱਤਾ, ਸਿੰਘਾਂ ਦੀ ਬਦਨਾਮੀ ਕਰ ਦਿੱਤੀ ਅੰਗਰੇਜ਼ਾਂ ਦੇ ਸਾਹਮਣੇ। ਸਿੰਘਨ ਕੋ ਉਨ ਰਈਅਤ ਬਤਾਇਓ। ਉਹਨੇ ਸਿੰਘਾਂ ਨੂੰ ਰਈਅਤ ਪਰਜਾ ਦੱਸਿਆ ਵੀ ਇਹ ਤੇ ਸਾਡੀ ਪਰਜਾ ਸੀ, ਗਰੀਬ ਪਰਜਾ, ਤੇ ਸਾਡੇ ਤੋਂ ਇਹ ਸਾਨੂੰ ਲੜਨਾ ਪੈ ਗਿਆ ਨਾਦਰ ਨਾਲ। ਇਹ ਹੁਣ ਵਚਨ ਦੇ ਗੁਰੂ ਦੇ ਪੂਰੇ ਹੋ ਰਹੇ ਸੀ। ਕਲਗੀਧਰ ਪਾਤਸ਼ਾਹ ਨੂੰ ਭਾਈ ਦਇਆ ਸਿੰਘ ਸਾਹਿਬ ਪੁੱਛਿਆ, ਮਹਾਰਾਜ 10 ਲੱਖ ਤੋਂ ਵੱਡੀਆਂ ਫੌਜਾਂ ਦੇ ਮਾਲਕ ਔਰੰਗਜ਼ੇਬ ਬਾਦਸ਼ਾਹ, ਜਿਹਦੇ ਕੋਲ ਵੱਡੀਆਂ ਤੋਪਾਂ, ਵੱਡੇ ਰਹਿਕਲੇ, ਵੱਡੇ ਕਿਲੇ, ਵੱਡੇ ਖਜ਼ਾਨੇ, ਔਰੰਗਜ਼ੇਬ ਦੀ ਏਡੀ ਵੱਡੀ ਬਾਦਸ਼ਾਹੀ ਮੁਗਲਾਂ ਦੀ ਕਿਵੇਂ ਖਤਮ ਕਰਾਂਗੇ? ਅਸੀਂ ਤਾਂ ਸਿੰਘ ਹੀ ਥੋੜੇ ਜਿਹੇ ਆ, ਮੁੱਠੀ ਭਰ ਖਾਲਸਾ ਹੈ, ਤੁਸੀਂ 5 ਸਿੰਘ ਸਾਜੇ ਹੈ, ਤੇ ਇਹ ਮਹਾਰਾਜ ਥੋੜੀ ਜੀ ਫੌਜ ਲੱਖਾਂ ਨੂੰ ਕਿਵੇਂ ਬਰਬਾਦ ਕਰ ਦੇਵੇਗੀ? ਉਸ ਵੇਲੇ ਕਲਗੀਧਰ ਪਾਤਸ਼ਾਹ ਬਚਨ ਕੀਤਾ, ਕਾਬਲ ਤੇ ਕੁੱਤਾ ਮੰਗਵਾਉਂ, ਉਨ ਤੇ ਇਨਕਾ ਨਾਸ ਕਰਾਉਂ। ਕਹਿੰਦੇ ਦਇਆ ਸਿੰਘ ਚਿੰਤਾ ਨਾ ਕਰ, ਕਾਬਲੀ ਕੁੱਤਾ ਆਵੇਗਾ, ਇਹਨਾਂ ਨੂੰ ਪਾੜੇਗਾ, ਉਹ ਖਾਏਗਾ, ਸਿੰਘ ਰਾਜ ਕਰਨਗੇ। ਜਦੋਂ ਨਾਦਰ ਸ਼ਾਹ ਆਇਆ ਚੜ ਕੇ, ਉਹਨੇ ਦਿੱਲੀ ਦੀ ਲੱਕ ਤੋੜ ਦਿੱਤੀ। 70,000 ਬੰਦਾ ਨਾਦਰ ਨੇ ਇੱਕੋ ਦਿਨ ਕਤਲ ਕੀਤਾ ਦਿੱਲੀ ਦੇ ਵਿੱਚ, ਇੱਕ ਦਿਨ ਸਵੇਰ ਤੋਂ ਸ਼ਾਮ ਤਾਈਂ 70,000 ਲਾਸ਼ ਵਿਛਾ ਦਿੱਤੀ। ਫਿਰ ਅਬਦਾਲੀ ਆਇਆ, 11 ਵਾਰ ਆਇਆ ਕਿ 17 ਵਾਰ, ਉਹ ਜਿੰਨੇ ਵਾਰ ਵੀ ਆਇਆ ਉਹਨੇ ਦਿੱਲੀ ਨਾਲ ਟੱਕਰ ਹੋਈ ਉਹਦੀ। ਉਹ ਚਾਹੁੰਦਾ ਸੀ ਕਿ ਜਿਹੜਾ ਪੰਜਾਬ ਹੈ ਇਹ ਅਫਗਾਨਿਸਤਾਨ ਦਾ ਹਿੱਸਾ ਬਣੇ, ਲਾਹੌਰ ਮੇਰਾ, ਤੇ ਦਿੱਲੀ ਵਾਲੇ ਕਹਿੰਦੇ ਸੀ ਵੀ ਲਾਹੌਰ ਦਿੱਲੀ ਦਾ, ਸਾਡਾ ਹਿੰਦੁਸਤਾਨ ਦਾ ਹਿੱਸਾ ਰਵੇ। ਤੇ ਸਿੰਘ ਕਹਿੰਦੇ ਸੀ ਨਾ ਦਿੱਲੀ ਦਾ, ਨਾ ਅਫਗਾਨਿਸਤਾਨ ਦਾ, ਲਾਹੌਰ ਖਾਲਸੇ ਦਾ। 3 ਟੱਕਰਾਂ ਲੜਦੀਆਂ ਸੀ ਆਪਸ ਵਿੱਚ। ਸੋ ਉਹ ਜਿਹੜਾ ਅਬਦਾਲੀ ਆਇਆ ਨਾ, ਨਾਦਰ ਆਇਆ, ਨੁਕਸਾਨ ਤੇ ਉਹਨੇ ਸਿੱਖਾਂ ਦਾ ਵੀ ਕੀਤਾ ਅਬਦਾਲੀ ਨੇ, ਵੱਡੇ ਘੱਲੂਘਾਰੇ 'ਚ, ਪਰ ਫਾਇਦਾ ਵੀ ਕਰ ਗਿਆ। ਫਾਇਦਾ ਇਹ ਕਰ ਗਿਆ ਵੀ ਦਿੱਲੀ ਵਾਲਿਆਂ ਦਾ ਪੱਤਾ ਸਾਫ਼ ਕਰ ਗਿਆ। ਉਹ ਦਿੱਲੀ ਵਾਲਿਆਂ ਨੂੰ ਦਿੱਲੀ 'ਚ ਹੀ ਵਾੜ ਗਿਆ, ਸਿੰਘਾਂ ਨੂੰ ਤਾਕਤ ਫੜਨ ਦਾ ਮੌਕਾ ਮਿਲ ਗਿਆ। ਸੋ ਉਹ ਗੱਲ ਇੱਥੇ ਆ ਰਹੀ ਹੈ ਕਿ ਮਹਾਰਾਜ ਸੱਚੇ ਪਾਤਸ਼ਾਹ ਦੇ ਬਚਨ ਹੋਏ ਪੂਰੇ। ਨਾਦਰ ਤੇ ਅਬਦਾਲੀ ਨੇ ਜੋ ਮੁਗਲਾਂ ਦਾ ਲੱਕ ਤੋੜਿਆ, ਉਹ ਪਠਾਨ ਸੀਗੇ, ਮੁਗਲ ਸੀਗੇ। ਸਦੀਆਂ ਤੋਂ ਮੁਗਲਾਂ ਦੇ ਪਠਾਨਾਂ ਦੀ ਲੜਾਈ ਚੱਲੀ ਆਈ। ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਆਉਂਦਾ ਮੁਗਲ ਪਠਾਣਾ ਭਾਈ ਲੜਾਈ। ਬਾਬਰ ਮੁਗਲ ਸੀਗਾ ਤੇ ਇੱਥੇ ਕਾਬਜ ਸੀਗੇ ਪਠਾਨ। ਚੜ ਕੇ ਆਇਆ, ਉਹਨੇ ਪਠਾਨਾਂ ਕੋਲੋਂ ਰਾਜ ਖੋਹ ਲਿਆ। ਫਿਰ ਸ਼ੇਰ ਸ਼ਾਹ ਸੂਰੀ ਪਠਾਨ ਉਹਨੇ ਹੁਮਾਯੂੰ ਕੋਲੋਂ ਆ ਕੇ ਖੋਹ ਲਿਆ, ਹੁਮਾਯੂੰ ਨੇ ਫਿਰ ਉਹਦੇ ਕੋਲੋਂ ਖੋਹ ਲਿਆ। ਇਦਾਂ ਇਹ ਬੜੀ ਪੁਰਾਣੀ ਲੜਾਈ ਇਹਨਾਂ ਦੀ ਆਪਸ ਚੱਲਦੀ ਆਉਂਦੀ, ਮੁਗਲਾਂ ਦੇ ਪਠਾਨਾਂ ਦੀ। ਸੋ ਉਸੇ ਲੜਾਈ 'ਚ ਖਾਲਸੇ ਨੂੰ ਮੌਕਾ ਮਿਲ ਗਿਆ। ਹਾਂਜੀ, ਨਹਿ ਉਨ ਖਾਲਸੋ ਪੰਥ ਜਤਾਇਓ। ਸਿੰਘਾਂ ਨੂੰ ਜਰੈਮ ਪੇਸ਼ਾ ਕੌਮ ਕਹਿ ਦਿੱਤਾ ਗੌਰ ਅਲੀ ਬਾਦਸ਼ਾਹ ਨੇ ਕਿ ਇਹ ਤੇ ਡਾਕੂ ਸੀਗੇ, ਮਾੜੇ ਮੋਟੇ ਪਿੰਡਾਂ 'ਚ ਫਿਰਦੇ ਸੀ, ਇਹਨਾਂ ਨੇ ਕਬਜ਼ਾ ਕਰ ਲਿਆ। ਸਿੰਘਾਂ ਨੂੰ ਖਾਲਸੇ ਪੰਥ ਕਰਕੇ ਨਹੀਂ ਦੱਸਿਆ ਇਹ ਪੰਥ ਹੈ ਮਹਾਰਾਜ ਦਾ, ਇਸ ਪੰਥ ਦੀਆਂ ਮਹਾਨ ਕੁਰਬਾਨੀਆਂ ਨੇ, ਇਹਨਾਂ ਦੇ ਰਹਿਬਰ ਬੜੇ ਮਹਾਨ ਹੋਏ ਨੇ, ਇਹ ਗੱਲ ਨਹੀਂ ਦੱਸੀ। ਤੇ ਬਲਕਿ ਸਿੰਘਾਂ ਨੂੰ ਜੰਗਲੀ ਜੇ ਦੱਸ ਕੇ ਉਸ ਬਾਦਸ਼ਾਹ ਨੇ ਖਾਲਸੇ ਦੇ ਤੋੜਾ ਝਾੜ ਦਿੱਤਾ। ਨਹਿ ਉਨ ਗੁਰੂਆਂ ਭੇਦ ਕਛ ਕਹਾ। ਇਹ ਵੀ ਨਹੀਂ ਦੱਸਿਆ ਵੀ 10 ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੋਏ ਨੇ ਜਿਨ੍ਹਾਂ ਨੇ ਪੰਥ ਸਾਜਿਆ ਹੈ। ਗੁਰੂਆਂ ਸ਼ਾਹਨ ਜਿਮ ਝਗੜੋ ਰਹਾ। ਇਹ ਵੀ ਨਹੀਂ ਦੱਸਿਆ ਵੀ ਗੁਰੂਆਂ ਦਾ ਤੇ ਸ਼ਾਹਾਂ ਦਾ ਆਪਸ ਵਿੱਚ ਝਗੜਾ ਵੀ ਰਿਹਾ ਕਿ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਹਾਇਆ ਹੈ, ਗੁਰੂ ਹਰਗੋਬਿੰਦ ਸਾਹਿਬ ਨਾਲ 4 ਜੰਗ ਕੀਤੇ ਨੇ, ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਚਾਂਦਨੀ ਚੌਂਕ 'ਚ ਲਾਇਆ ਹੈ, ਬੇਅੰਤ ਸ਼ਹੀਦੀ ਸਾਕੇ ਗੁਰੂਆਂ ਨਾਲ ਕੀਤੇ ਨੇ। ਉਹ ਗੱਲ ਨਹੀਂ ਦੱਸੀ ਬਾਦਸ਼ਾਹ ਨੇ, ਆਪਣੀਆਂ ਕਰਤੂਤਾਂ ਨਹੀਂ ਦਸੀਆਂ ਤੇ ਸਿੰਘਾਂ ਦਾ ਇਤਿਹਾਸ ਵੀ ਨਹੀਂ ਦੱਸਿਆ, ਬਲਕਿ ਇੰਨੀ ਕਹਿ ਕੇ ਟਾਲ ਦਿੱਤੀ ਵੀ ਇਹ ਤੇ ਜਰੈਮ ਪੇਸ਼ਾ ਲੋਕ ਨੇ, ਇਹ ਦਾੜੀਆਂ ਜਿਹੀਆਂ ਰੱਖਦੇ ਨੇ, ਜੰਗਲਾਂ 'ਚ ਰਹਿੰਦੇ ਨੇ, ਮਾਰ ਕੇ ਖਾਈ ਜਾਂਦੇ ਨੇ, ਇਹ ਸਾਨੂੰ ਵੀ ਤੰਗ ਕਰਦੇ ਨੇ, ਅਸੀਂ ਇਹਨਾਂ ਨੂੰ ਨਾ ਥੋੜਾ ਜਿਹਾ ਰਾਜ ਦਿੱਤਾ ਹੋਇਆ ਵੀ ਤੁਸੀਂ ਆਰਾਮ ਨਾਲ ਰਹਿ ਕੇ ਰੋਟੀ ਖਾਈ ਜਾਓ। ਇਹ ਸਾਡੀ ਰਹਿਨਮਾਈ, ਸਾਡੀ ਰਹਿਮਤ ਤੇ ਸਾਡੀ ਦਇਆ ਤੇ ਪਲਦੇ ਨੇ। ਫਿਰ ਇਦਾਂ ਕਹਿ ਦਿੱਤਾ। ਜਦੋਂ ਇਹ ਗੱਲ ਕਹੀ ਅੰਗਰੇਜ਼ਾਂ ਨੂੰ, ਦੋਹਰਾ ਸ੍ਰੀ ਗੁਰੂ ਨਾਨਕ ਜਿਮ ਭਇਓ ਆਗੇ ਵਧਿਓ ਪ੍ਰਤਾਪ। ਇਹ ਗੱਲ ਨਹੀਂ ਦੱਸੀ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਅਵਤਾਰ ਧਾਰ ਕੇ ਆਏ, ਉਹਨਾਂ ਦੇ 10 ਜਾਮੇ ਹੋਏ, ਉਹਨਾਂ ਦਾ ਪ੍ਰਤਾਪ ਵਧਿਆ। ਉਹ ਸੱਚੀ ਗੱਲ ਜਿਹੜੀ ਸੀ ਨਾ ਖਾਲਸੇ ਦੀ ਇਤਿਹਾਸ ਦੀ, ਉਸ ਦੁਸ਼ਟ ਬਾਦਸ਼ਾਹ ਨੇ, ਸ਼ਾਹ ਆਲਮ ਅਲੀ ਗੌਰ ਨੇ ਦੱਸੀ ਨਹੀਂ।
ਜਿਮ ਬਾਬਰ ਪਰ ਕਿਰਪਾ ਭਈ ਕਹਿਓ ਨਾ ਮਨ ਰੱਖ ਪਾਪ। ਮਨ 'ਚ ਪਾਪ ਰੱਖਿਆ, ਇਹ ਵੀ ਨਹੀਂ ਦੱਸਿਆ ਵੀ ਮੇਰੇ ਵੱਡੇ ਬਾਬਰ ਨੂੰ ਰਾਜ ਤਾਂ ਗੁਰੂ ਨਾਨਕ ਸਾਹਿਬ ਨੇ ਦਿੱਤਾ ਸੀ, ਅਸੀਂ ਤੇ ਗੁਰੂ ਨਾਨਕ ਦਾ ਦਿੱਤਾ ਰਾਜ ਕਰ ਰਹੇ ਹਾਂ, ਇਹ ਭੁੱਲ ਗਿਆ ਜਾਂ ਜਾਣ ਕੇ ਲੁਕਾ ਗਿਆ। ਬਲਕਿ ਇਹ ਕਹਿ ਗਿਆ ਵੀ ਸਿੱਖਾਂ ਨੂੰ ਰਾਜ ਅਸੀਂ ਦਿੱਤਾ, ਇਹ ਨਹੀਂ ਕਿਹਾ ਵੀ ਸਿੱਖਾਂ ਦੇ ਗੁਰੂ ਨੇ ਸਾਨੂੰ ਰਾਜ ਦਿੱਤਾ। ਉਹਦੀ ਥਾਂ ਤੇ ਕਹਿ ਗਿਆ ਵੀ ਸਿੱਖਾਂ ਨੂੰ ਰਾਜ ਅਸੀਂ ਦਿੱਤਾ। ਇਹ ਪੰਜਾਬ 'ਚ ਡਾਕੇ ਡੂਕੇ ਮਾਰਦੇ ਸੀ, ਅਸੀਂ ਆਖਿਆ ਚਲੋ ਤੁਸੀਂ ਥੋੜਾ ਜਿਹਾ ਰਾਜ ਕਰ ਲਓ। ਹਾਂਜੀ, ਚਉ ਪਈ ਜਿਮ ਫਿਰ ਮੁਗਲਨ ਹਿੰਦ ਸਤਾਏ। ਉਹ ਵੀ ਨਹੀਂ ਦੱਸਿਆ ਵੀ ਮੁਗਲਾਂ ਨੇ ਹਿੰਦੂਆਂ ਨੂੰ ਕਿੰਨੇ ਦੁੱਖ ਦਿੱਤੇ। ਹਿੰਦੂਆਂ ਦੇ ਸਵਾ ਮਣ ਜਨੇਊ ਤੋੜ ਕੇ ਔਰੰਗਾ ਰੋਟੀ ਖਾਂਦਾ ਸੀ, ਇਹ ਗੱਲ ਵੀ ਨਹੀਂ ਦੱਸੀ। ਜਿਮ ਉਨ ਸਿੱਖ ਆਓ ਗੁਰੂ ਅਕਾਏ। ਔਰ ਗੁਰੂਆਂ ਨੂੰ ਤਤੀਆਂ ਤਵੀਆਂ ਤੇ ਭਾਇਆ, ਸਿੱਖਾਂ ਨੂੰ ਆਰਿਆਂ ਨਾਲ ਚੀਰਿਆ, ਦੇਗਾਂ 'ਚ ਉਬਾਲਿਆ, ਨੀਹਾਂ 'ਚ ਚਿਣਿਆ, ਖੋਪਰੀਆਂ ਲਾਈਆਂ, ਬੰਦ ਕੱਟੇ। ਆਪਣੀ ਕਾਲੀ ਕਰਤੂਤ ਨਹੀਂ ਉਸ ਦੁਸ਼ਟ ਬਾਦਸ਼ਾਹ ਨੇ ਦੱਸੀ। ਜਿਮ ਜਿਮ ਗੁਰੂਆਂ ਸਿਰਰ ਸੋ ਕੀਓ। ਇਹ ਵੀ ਨਹੀਂ ਦੱਸਿਆ ਵੀ ਗੁਰੂਆਂ ਨੇ ਸੀਸ ਦਿਆ ਪਰ ਸਿਰ ਨਾ ਦਿਆ। ਗੁਰੂਆਂ ਨੇ ਕਿੰਨੀ ਦਲੇਰੀ ਨਾਲ ਜ਼ੁਲਮ ਦਾ ਟਾਕਰਾ ਕੀਤਾ, ਤੱਤੇ ਤਵੀ ਤੇ ਬਹਿ ਕੇ ਵੀ ਭਾਣਾ ਮਿੱਠਾ ਮੰਨਿਆ। ਸੀਸ ਉਤਰ ਗਿਆ, ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਧਰਮ ਨਹੀਂ ਛੱਡਿਆ। ਸਾਹਿਬਜ਼ਾਦੇ ਨੀਹਾਂ ਵਿੱਚ ਚਿਣੇ ਗਏ, ਆਪਣੀ ਮਰਿਆਦਾ ਨਹੀਂ ਛੱਡੀ। ਉਹ ਗੱਲਾਂ ਉਸ ਦੁਸ਼ਟ ਨੇ ਬਾਦਸ਼ਾਹ ਗੌਰ ਅਲੀ ਨੇ ਨਹੀਂ ਦਸੀਆਂ। ਸੀਸ ਦਿਓ ਆਓ ਸਿਰਰ ਨਾ ਦਿਓ। ਸੀਸ ਦੇ ਦਿੱਤੇ ਸ਼ਹੀਦਾਂ ਨੇ ਪਰ ਆਪਣਾ ਧਰਮ ਨਹੀਂ ਤਿਆਗਿਆ, ਸਿਰੜ ਨਹੀਂ ਛੱਡਿਆ। ਜਿਹ ਵਿਦ ਬੈਰ ਸ਼ਾਹਨ ਗੁਰ ਭਇਓ। ਜਿਵੇਂ ਜਿਵੇਂ ਗੁਰੂਆਂ ਦਾ ਤੇ ਸ਼ਾਹਾਂ ਦਾ ਵੈਰ ਵਧਿਆ, ਬੜਾ ਲੰਮਾ ਇਤਿਹਾਸ ਉਹ ਵੀ ਨਹੀਂ ਦੱਸਿਆ। ਜਿਮ ਗੁਰ ਹੁਕਮ ਹੋਏ ਪੰਥ ਰਚਿਓ। ਜਿਵੇਂ ਅਕਾਲ ਪੁਰਖ ਨੇ ਹੁਕਮ ਦਿੱਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਵੀ ਪੰਥ ਸਜਾਓ, ਤੇ ਉਸ ਅਕਾਲ ਪੁਰਖ ਦੇ ਹੁਕਮ ਨਾਲ ਪੰਥ ਖਾਲਸਾ ਸਾਜਿਆ, ਉਹ ਗੱਲ ਵੀ ਨਹੀਂ ਦੱਸੀ। ਪੰਥ ਮਦਦ ਕੋ ਚੰਡ ਜਗਾਈ। ਜੋ ਮਹਾਰਾਜ 10ਵੇਂ ਪਾਤਸ਼ਾਹ ਨੇ ਚੰਡੀ ਪ੍ਰਗਟ ਕੀਤੀ ਖੰਡਾ, ਤੇ ਖੰਡੇ ਨਾਲ ਅੰਮ੍ਰਿਤ ਦਿੱਤਾ ਖਾਲਸੇ ਨੂੰ ਵੀਰ ਰਸ ਵਿੱਚ, ਉਹ ਗੱਲ ਵੀ ਨਹੀਂ ਦੱਸੀ। ਚੰਡ ਭੇਟ ਦਏ ਬੇਟ ਲਗਾਈ। ਤੇ ਮਹਾਰਾਜ ਨੇ ਉਹ ਚੰਡੀ ਦੀ ਭੇਟਾ ਆਪਣੇ ਪੁੱਤਰ ਵਾਰ ਦਿੱਤੇ। ਆਖੋ ਸ੍ਰੀ ਵਾਹਿਗੁਰੂ। ਚੰਡੀ ਜੁੱਧ ਦੀ ਸ਼ਕਤੀ ਹੈ ਅਕਾਲ ਪੁਰਖ ਦੀ, ਜਿਹਨੂੰ ਆਪਾਂ ਰੋਜ਼ ਅਰਦਾਸ ਵਿੱਚ ਯਾਦ ਕਰਦੇ ਹਾਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇਓ। ਪਰਮੇਸ਼ਰ ਤੋਂ ਵੱਖਰੀ ਨਹੀਂ, ਤਾਕਤਵਰ ਤੋਂ ਵੱਖਰੀ ਨਹੀਂ ਹੁੰਦੀ। ਪਾਵਰ ਫੁੱਲ ਤੇ ਪਾਵਰ ਇੱਕੋ ਹੀ ਚੀਜ਼ ਹੈ। ਉਹ ਅਕਾਲ ਪੁਰਖ ਦੀ ਸ਼ਕਤੀ ਚੰਡੀ ਦੇ ਰੂਪ ਵਿੱਚ, ਸ਼ਸਤਰ ਦੇ ਰੂਪ ਵਿੱਚ ਹੈ। ਸਾਹਿਬਜ਼ਾਦਿਆਂ ਨੂੰ ਮਹਾਰਾਜ ਨੇ ਉਹਦੀ ਭੇਟਾ ਕੀਤਾ। ਮੈਦਾਨੇ ਜੰਗ ਵਿੱਚ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ਚੰਡੀ ਦੀ ਭੇਟਾ ਹੋ ਗਏ। ਧੰਨ ਧੰਨ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਨੀਹਾਂ ਵਿੱਚ ਚਣ ਕੇ ਸ਼ਹੀਦੀ ਪਾ ਗਏ। ਇਹ ਗੁਰੂਆਂ ਨੇ ਉਸ ਅਕਾਲ ਪੁਰਖ ਦੀ ਸ਼ਕਤੀ ਸਾਹਮਣੇ ਸਮਰਪਣ ਕਰ ਦਿੱਤਾ, ਤਾਂ ਹੀ ਮਹਾ ਤੇਜਸਵੀ ਸੂਰਬੀਰ ਪੰਥ ਖਾਲਸਾ ਪੈਦਾ ਹੋਇਆ। ਜਿਹ ਆਪਨ ਵੀ ਚੰਡ ਚੜਾਈ। ਆਪਣਾ ਸਰੀਰ ਵੀ ਚੰਡੀ ਦੀ ਭੇਟਾ ਕੀਤਾ। ਪਾਤਸ਼ਾਹ ਨੇ ਆਪ ਵੀ ਸ਼ਸਤਰ ਦੇ ਨਾਲ ਹੀ, ਗੁਲ ਖਾਂ ਦੇ ਵਾਰ ਨਾਲ ਹੀ ਸ਼ਹੀਦੀ ਪ੍ਰਾਪਤ ਕੀਤੀ ਹਜੂਰ ਸਾਹਿਬ ਜਾ ਕੇ। ਹਾਂਜੀ, ਵਾਹ ਤੁਰਕਨ ਸਿਰ ਭਈ ਬੁਰਾਈ। ਉਹ ਤੁਰਕਾਂ ਦੇ ਸਿਰ ਬੁਰਾਈ ਜਾ ਕੇ ਪਈ ਕਿ ਤੁਰਕਾਂ ਨੇ ਨਿੱਕੇ ਨਿੱਕੇ ਬੱਚੇ ਨਹੀਂ ਅੱਜ ਚਿਣ ਦਿੱਤੇ। ਪੰਥ ਖਾਤਰ ਗੁਰ ਕੀਤੀ ਕਮਾਈ। ਗੁਰੂਆਂ ਨੇ ਪੰਥ ਵਾਸਤੇ ਕਮਾਈ ਕੀਤੀ। ਪੰਥ ਵਸੇ ਮੈਂ ਉਜੜਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਲੱਖ ਹਜ਼ਾਰ। ਇਹ ਗੁਰੂ ਕਲਗੀਧਰ ਜੀ ਨੇ ਲੱਖਾਂ ਪੁੱਤਰ ਬਣਾਏ ਤੇ ਆਪਣੇ 4 ਵਾਰ ਦਿੱਤੇ। ਹਾਂਜੀ, ਸੋ ਦੁਸ਼ਟ ਨੇ ਨਾਹੇ ਸੁਨਾਈ। ਉਸ ਦੁਸ਼ਟ ਬਾਦਸ਼ਾਹ ਗੌਰ ਅਲੀ ਸ਼ਾਹ ਆਲਮ ਨੇ ਅੰਗਰੇਜ਼ਾਂ ਨੂੰ ਸੱਚੀ ਗੱਲ ਬਿਲਕੁਲ ਨਹੀਂ ਦੱਸੀ। ਦੋਹਰਾ ਅਪਾਪੀਏ ਅਪਰਾਧ ਬਿਨ ਛੀਰ ਖੋਰ ਗੁਰਬਾਲ। ਜਿਨ੍ਹਾਂ ਬੱਚਿਆਂ ਨੇ ਕੋਈ ਪਾਪ ਨਹੀਂ ਸੀ ਕੀਤਾ, ਕੋਈ ਕਤਲ ਨਹੀਂ ਸੀ ਕੀਤਾ, ਕੋਈ ਅਪਰਾਧ ਨਹੀਂ ਸੀ ਕੀਤਾ, ਦੁੱਧ ਚੁੰਗਦੇ ਬੱਚੇ ਸਨ। ਬੇਦੋਛੇ ਫੜ ਗਲ ਕੱਟੇ ਗਹਿਓ ਨਾ ਉਨੈ ਹਵਾਲ। ਉਹਨਾਂ ਬੇਦੋਸ਼ੀਆਂ ਨੂੰ ਸਰਹੰਦ ਦੀਆਂ ਨੀਹਾਂ ਵਿੱਚ ਚਿਣ ਕੇ ਉਹਨਾਂ ਦੇ ਸੀਸ ਲਾਹ ਦਿੱਤੇ। ਇਹ ਜ਼ੁਲਮ ਦੀ ਕਹਾਣੀ ਵੀ ਉਸ ਦੁਸ਼ਟ ਪਾਪੀ ਨੇ ਨਹੀਂ ਦੱਸੀ ਅੰਗਰੇਜ਼ਾਂ ਨੂੰ। ਜਾਓ ਪਈ ਫਿਰ ਬਹਾਦਰ ਸ਼ਾਹੇ ਗੁਰ ਲਿਓ ਰਜਾਈ। ਫਿਰ ਇਹ ਵੀ ਨਹੀਂ ਦੱਸਿਆ ਕਿ ਔਰੰਗਜ਼ੇਬ ਦਾ ਪੁੱਤਰ ਬਹਾਦਰ ਸ਼ਾਹ ਗੁਰੂ ਕਲਗੀਧਰ ਦੇ ਪੈਰੀਂ ਪੈ ਗਿਆ ਵੀ ਮੈਨੂੰ ਰਾਜ ਦਵਾ ਦਿਓ, ਮੇਰਾ ਰਾਜ ਮੈਨੂੰ ਦਵਾ ਦਿਓ।
ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਉਹਦੀ ਫੇਰ ਬਾਂਹ ਫੜ ਲਈ, ਜੋ ਸ਼ਰਨ ਆਵੇ ਤਿਸ ਕੰਠ ਲਾਵੇ ਬਿਰਧ ਸੁਆਮੀ ਸੰਦਾ। ਆਗਰੇ ਤੋਂ 22 ਕਿਲੋਮੀਟਰ ਅੱਗੇ ਜਾਜੂ ਕੀ ਸਰਾਏ ਹੈ, ਜਿੱਥੇ ਸਾਧ ਸੰਗਤ ਜੀ ਬਹਾਦਰ ਸ਼ਾਹ ਦਾ ਤੇ ਤਾਰਾ ਆਜ਼ਮ ਦੋਹਾਂ ਭਰਾਵਾਂ ਦਾ ਜੰਗ ਹੋਇਆ। ਕਲਗੀਧਰ ਪਾਤਸ਼ਾਹ ਅਗੰਮੀ ਫੌਜਾਂ ਸ਼ਹੀਦੀ ਫੌਜਾਂ ਲੈ ਕੇ ਪਹੁੰਚੇ, 2 ਤੀਰ ਇਕੱਠੇ ਮਾਰ ਕੇ ਤਾਰਾ ਆਜ਼ਮ ਦੀ ਖੋਪਰੀ ਉਡਾ ਦਿੱਤੀ। ਉਹ ਜਗ੍ਹਾ ਦਾ ਨਾਮ ਹੈ ਜਾਜੂ ਕੀ ਸਰਾਏ, ਔਰ ਉੱਥੇ ਬਹੁਤ ਸਾਰੇ ਸਿੰਘ ਸ਼ਹੀਦ ਹੋਏ। ਭਾਈ ਧਰਮ ਸਿੰਘ ਜੀ ਤੇ 5 ਪਿਆਰਿਆਂ ਚੋਂ ਉੱਥੇ ਫੌਜ ਲੈ ਕੇ ਗਏ ਸਨ, ਤੇ ਮਹਾਰਾਜਾ ਗਮੀ ਪਹਿਰੇ 'ਚ ਆਏ ਸੀ ਕਲਗੀਧਰ ਪਾਤਸ਼ਾਹ। ਉਹ ਜਗ੍ਹਾ ਦੇ ਉੱਤੇ ਖਾਲਸਾ ਜੀ ਕੌਤਕ ਵਰਤਿਆ ਹੈ। 300 ਸਾਲ ਹੋ ਗਏ ਉੱਥੇ ਗੁਰਦੁਆਰਾ ਕੋਈ ਨਹੀਂ ਬਣਿਆ। 50 ਮੀਲ ਵਿੱਚ ਕਹਿ ਲੋ ਆਗਰੇ ਸ਼ਹਿਰ ਨੂੰ ਛੱਡ ਦਿਓ ਤੇ ਬਾਹਰ ਪਿੰਡਾਂ 'ਚ ਸਿੱਖਾਂ ਦਾ ਘਰ ਕੋਈ ਨਹੀਂ। ਇੱਕ ਭਈਆ ਜਿਹਾ ਉੱਥੇ, ਉਹਨੂੰ ਟਰਾਲੀ ਤੇ ਉਹ ਬਹਿ ਕੇ ਜਾ ਰਿਹਾ ਸੀ, ਤੇ ਸ਼ਹੀਦ ਸਿੰਘ ਬਾਹੋਂ ਫੜ ਕੇ ਲਾ ਕੇ ਲਿਆਏ ਵੀ ਆਹ ਸਾਡੀ ਜਗ੍ਹਾ, ਇੱਥੇ ਗੁਰੂ ਘਰ ਬਣਾ। ਉਹ ਹੈਰਾਨ ਵੀ ਮੈਨੂੰ ਇਹ ਕਿੱਥੇ ਲਈ ਜਾਂਦੇ ਆ, ਕੌਣ ਹੈ, ਕੀ ਹੈ। ਉਹਨੂੰ ਐਸਾ ਪਹਿਰਾ ਲੱਗਾ, ਆਪਣੀ ਸੋਝੀ ਨਾ ਰਹੀ, ਅੰਮ੍ਰਿਤ ਛਕ ਕੇ ਸਿੰਘ ਸੱਜ ਗਿਆ। ਉਹ ਕੱਲਾ ਹੀ ਫਿਰਦਾ ਰਿਹਾ ਕਾਫੀ ਥਾਵਾਂ ਤੇ। ਕਿਸੇ ਵੀ ਸੰਤ ਮਹਾਂਪੁਰਸ਼ ਨੇ ਉਹਦੀ ਬਾਂਹ ਨਹੀਂ ਫੜੀ, ਪਰਮੇਸ਼ਰ ਵੱਲੋਂ ਸੇਵਾ ਨਹੀਂ ਸੀ ਲੱਗੀ ਹੋਈ। 2 ਸਾਲ ਹੋਏ ਅਸੀਂ ਜਾ ਕੇ ਉੱਥੇ ਨਿਸ਼ਾਨ ਸਾਹਿਬ ਲਾ ਕੇ ਆਏ ਹਾਂ, ਤੇ ਉਹ ਹੁਣ ਗੁਰੂ ਘਰ ਮਹਾਰਾਜ ਦੀ ਕਿਰਪਾ ਨਾਲ ਬਣੇਗਾ। ਸਮਾਂ ਆਏਗਾ, ਸਰਕਾਰੀ ਜਗ੍ਹਾ ਹੈ, ਉਹ ਕਹਿੰਦੇ ਵੀ ਸਰਕਾਰੀ ਹੈ, ਤੇ ਅਸੀਂ ਕਹਿੰਦੇ ਵੀ ਸੱਚੀ ਸਰਕਾਰ ਦੀ ਹੈ ਹੁਣ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਹੈ। ਕਿਉਂ? ਮਹਾਰਾਜ ਦੇ ਸ਼ਹੀਦ ਸਿੰਘ ਜੋ ਉੱਥੇ ਸ਼ਹੀਦ ਹੋਏ ਨੇ, ਇਹ ਸਰਕਾਰਾਂ ਦੇ ਹੁਣ ਬਣੀਆਂ ਨੇ, ਉਹ ਸੱਚੀ ਸਰਕਾਰ ਤਾਂ ਜੁਗੋ ਜੁਗ ਅਟਾਲੀ ਹੈ। ਸੋ ਉੱਥੇ ਨਿਸ਼ਾਨ ਸਾਹਿਬ ਲੱਗਾ, ਸੰਗਤਾਂ ਜਾ ਕੇ ਨਮਸਕਾਰ ਕਰ ਆਉਂਦੀਆਂ ਨੇ, ਸੇਵਾ ਹੁੰਦੀ। ਹੁਣ ਸਹਿਜਧਾਰੀ ਵੀ ਉੱਥੇ ਮੱਥਾ ਟੇਕਣ ਲੱਗ ਪਏ ਸ਼ਹੀਦਾਂ ਸਿੰਘਾਂ ਨੂੰ, ਨਿਸ਼ਾਨ ਸਾਹਿਬ ਝੂਲਦਾ। ਸੋ ਖਾਲਸਾ ਜੀ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਆਇਆ, ਬਹਾਦਰ ਸ਼ਾਹ ਮੇਰੀ ਮਦਦ ਕਰੋ। ਭਾਈ ਨੰਦ ਲਾਲ ਸਾਹਿਬ ਜੀ ਨੂੰ ਭੇਜਿਆ, ਤੇ ਮਹਾਰਾਜ ਜੀ ਨੇ ਉਹਦੀ ਮਦਦ ਕੀਤੀ। ਪਤ ਸਾਹੇ ਕੀਓ ਸਭ ਕਲਾ ਦਿਖਾਈ, ਐਸੀ ਕਲਾ ਦਿਖਾਈ। ਇੱਕ ਪਾਸੇ ਕਹਿੰਦੇ ਆ ਤਾਰਾ ਆਜ਼ਮ ਕੋਲ 22 ਲੱਖ ਫੌਜ ਸੀਗੀ, ਤੇ ਬਹਾਦਰ ਸ਼ਾਹ ਕੋਲ ਮਸੀ 1.25 ਲੱਖ ਫੌਜ ਸੀਗੀ। 1.25 ਲੱਖ ਫੌਜ ਵਾਲਾ ਜਿੱਤ ਗਿਆ ਤੇ 22 ਲੱਖ ਵਾਲਾ ਹਰਾਤਾ, ਤੇ ਬਹਾਦਰ ਸ਼ਾਹ ਨੂੰ ਲਿਆ ਕੇ ਮਹਾਰਾਜ ਨੇ ਆਪਣੇ ਹੱਥੀਂ ਹਿੰਦੁਸਤਾਨ ਦਾ ਬਾਦਸ਼ਾਹ ਆਗਰੇ 'ਚ ਬਣਾਇਆ। ਹਾਂਜੀ, ਭੇਜ ਬੰਦੇ ਕੋ ਫਿਰ ਖੋਹ ਲਈ, ਫਿਰ ਗੁਰੂ ਸਾਹਿਬ ਨੇ ਬੰਦੇ ਨੂੰ ਭੇਜਿਆ ਥਾਪੀ ਦੇ ਕੇ, ਉਹ ਤਾਕਤਾਂ ਸਾਰੀਆਂ ਖੋਹ ਲਈਆਂ ਫਿਰ ਤੁਰਕਾਂ ਕੋਲੋਂ। ਤਤ ਖਾਲਸੇ ਪੈ ਸੋਊ ਆਈ, ਉਹੀ ਸ਼ਕਤੀ ਫਿਰ ਖਾਲਸੇ 'ਚ ਆ ਗਈ, ਤੇ ਅੱਜ ਤੱਕ ਕਹਿੰਦੇ ਰਹਿੰਦੀ ਦੁਨੀਆ ਤੱਕ ਉਹ ਸ਼ਕਤੀ ਖਾਲਸੇ ਕੋਲ ਰਹਿਣੀ ਹੈ। ਦੋਹਰਾ ਕਹੀ ਨਾ ਗੱਲ ਬਹੁ ਗੁਰਨ ਕੀ, ਆਓ ਕਹੀ ਨਾ ਗੱਲ ਵਹਿ ਪੰਥ। ਨਾ ਤਾਂ ਗੁਰੂਆਂ ਦੀ ਗੱਲ ਦੱਸੀ ਉਸ ਪਾਪੀ ਬਾਦਸ਼ਾਹ ਨੇ ਅੰਗਰੇਜ਼ਾਂ ਨੂੰ, ਤੇ ਨਾ ਪੰਥ ਖਾਲਸੇ ਦੀ ਸੱਚਾਈ ਦੱਸੀ। ਘੁਲਤੇ ਬੀਤੇ ਬਰਸ ਬਹੁ ਪਾਤਸ਼ਾਹੇ ਆਓ ਗੁਰ ਸੰਤ। ਉਹ ਜਿਹੜੇ ਕਈ ਸਾਲ ਸਦੀਆਂ ਜੰਗਾਂ ਵਿੱਚ ਬੀਤ ਗਈਆਂ ਸਨ। ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਟੱਕਰ ਸ਼ੁਰੂ ਹੋ ਗਈ ਸੀ ਬਾਬਰ ਨਾਲ। ਮੂੰਹ ਤੇ ਕਹਿਤਾ ਬਾਬਰ ਤੂੰ ਜਾਬਰ ਹੈ, ਪੈਰੀ ਪੈ ਗਿਆ, ਤੇ ਫਿਰ ਰਾਜ ਵੀ ਦੇਤਾ ਮਹਾਰਾਜ ਨੇ। ਤੇ ਫਿਰ 5ਵੇਂ ਪਾਤਸ਼ਾਹ ਨੂੰ ਜਹਾਂਗੀਰ ਨੇ ਤੱਤੀ ਤਵੀ ਤੇ ਬਹਾਇਆ। ਸਤਿਗੁਰੂ ਹਰਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ 'ਚ ਭੇਜੇ। ਫਿਰ 9ਵੀਂ ਪਾਤਸ਼ਾਹੀ ਸ਼ਹੀਦੀ ਹੋਈ। 10ਵੇਂ ਪਾਤਸ਼ਾਹ ਨਾਲ 14 ਜੰਗ ਹੋਏ। ਉਹ ਗੱਲਾਂ ਸਾਰੀਆਂ ਜਿਹੜੀਆਂ ਘੁਲਮਦੀਆਂ ਸਨ, ਯੁੱਧ ਦੀਆਂ ਸਨ, ਉਹ ਦੱਸੀਆਂ ਨਹੀਂ। ਸੋਰਠਾ ਬੰਦ ਸਿੱਖਣ ਕਟਾਏ, ਖੋਪਰੀ ਸਿਰੋਂ ਉਤਾਰ ਕੈ। ਉਹ ਵੀ ਨਹੀਂ ਦੱਸਿਆ ਵੀ ਭਾਈ ਮਨੀ ਸਿੰਘ ਦੇ ਅਸੀਂ ਬੰਦ ਕੱਟੇ ਸੀਗੇ, ਤੇ ਇਹ ਵੀ ਨਹੀਂ ਦੱਸਿਆ ਵੀ ਤਾਰੂ ਸਿੰਘ ਦੀ ਖੋਪਰੀ ਲਾਈ ਸੀ। ਹਾਂਜੀ, ਪਿੰਡ ਸੂਲੀ ਗਡਾਏ, ਹਾਰ ਗਏ ਜਿਮ ਮੁਗਲ ਬਲ। ਪਿੰਡਾਂ 'ਚ ਸੂਲੀਆਂ ਗੜ ਦਿੱਤੀਆਂ ਸੀ ਪਿੰਡਾਂ 'ਚ, ਵੀ ਜੇ ਸਿੱਖ ਫੜ ਕੇ ਲਾਹੌਰ ਲਿਜਾਣੇ ਟਾਈਮ ਜ਼ਿਆਦਾ ਲੱਗਦਾ, ਜਿੱਥੇ ਮਿਲੇ ਉੱਥੇ ਸੂਲੀ ਚਾੜ ਦਿਓ। ਪਿੰਡਾਂ ਵਿੱਚ ਸੂਲੀਆਂ ਗੱਡੀਆਂ ਸੀ ਪੰਜਾਬ ਦੇ, ਥਾਂ ਤੇ ਪਿੰਡਾਂ ਵਿੱਚ ਸਿੰਘ ਸ਼ਹੀਦ ਕੀਤੇ ਗਏ ਸੀਗੇ। ਚੌਪਈ ਔਰ ਨਾਦਰ ਗੱਲ ਸਭੀ ਨਾ ਕਹੀ, ਤੇ ਨਾਦਰ ਸ਼ਾਹ ਜਿਹੜਾ ਆਇਆ ਸੀ ਉਹਦੀ ਗੱਲ ਵੀ ਸੱਚੀ ਨਹੀਂ ਦੱਸੀ ਸਾਰੀ। ਦਿੱਲੀ ਲੁੱਟੇ ਜਿਨੇ ਕਤਲ ਕਰਹੀ, 70,000 ਬੰਦਾ ਦਿੱਲੀ 'ਚ ਉਹਨੇ ਮਾਰਿਆ ਸੀ। ਤੇ ਕੋਹ ਨੂਰ ਹੀਰਾ, ਤਖਤੇ ਤਾਊਸ, ਮੁਗਲੇ ਆਜ਼ਮ ਹੀਰਾ,
ਉਹ ਬਾਦਸ਼ਾਹ ਮੁਗਲਾਂ ਦੇ ਕੋਲੋਂ ਖੋਹ ਕੇ ਨਾਦਰ ਲੈ ਗਿਆ। ਮੁਹੰਮਦ ਸ਼ਾਹ ਰੰਗੀਲੇ ਦੀ ਕੁੜੀ ਨਾਲ ਆਪਣਾ ਨਿਕਾਹ ਪੜਾਇਆ। ਉਹਦੇ ਖਾਨਦਾਨ ਦੀਆਂ ਮੁਗਲ ਸ਼ਹਿਜ਼ਾਦੀਆਂ ਆਪਣੇ ਪਰਿਵਾਰ ਦੇ ਨੌਕਰਾਂ ਨੂੰ ਵੰਡ ਦਿੱਤੀਆਂ, ਆਪਣੇ ਪੁੱਤਰਾਂ ਭਤੀਜਿਆਂ ਨੂੰ ਵੰਡ ਦਿੱਤੀਆਂ। ਸਭ ਦੀ ਬੇਇੱਜ਼ਤੀ ਕਰਕੇ ਮੁਗਲਾਂ ਦੀ ਨੱਕ ਵੱਢ ਕੇ ਲੈ ਗਿਆ ਨਾਦਰ। ਕਿਸੇ ਨੇ ਨਾਦਰ ਨੂੰ ਰੋਕਿਆ ਨਹੀਂ। ਜਦੋਂ ਕਰਨਾਲ ਟੱਪਿਆ, ਬਾਬਾ ਦੀਪ ਸਿੰਘ, ਨਵਾਬ ਕਪੂਰ ਸਿੰਘ, ਸਰਦਾਰ ਜੈ ਸਿੰਘ, ਬੜੇ ਬੜੇ ਸਿੰਘ ਸੂਰਮੇ ਜਥਿਆਂ ਦੇ ਜਥੇ ਬਣਾ ਕੇ 2000 ਦਾ ਜਥਾ ਬਣਾਉਣਾ, 30 ਮੀਲ ਇੱਧਰੋਂ ਦੌੜਨਾ, ਹੱਲਾ ਮਾਰ ਕੇ ਅਗਲੇ ਪਾਸਿਓਂ ਦੀ ਖੋਹ ਕੇ ਸਾਰਾ ਕੁਝ ਲੈ ਕੇ ਅਗਾਂਹ ਨਿਕਲ ਜਾਣਾ। ਜਦੋਂ ਉਹਦੇ ਪਿੱਛੇ ਕਿਸੇ ਨੇ ਜਾਣਾ ਨਾ, ਨਾਦਰ ਦੀ ਫੌਜ ਨੇ, ਇੱਧਰੋਂ 2000 ਦਾ ਜਥਾ ਹੋਰ ਦੌੜਨਾ, ਉਹਨਾਂ ਨੇ ਲੈ ਕੇ ਲੁੱਟ ਕੇ ਪਹਾੜਾਂ ਨੂੰ ਚੜ੍ਹ ਜਾਣਾ। ਉਹਨਾਂ ਨੂੰ ਅਕਲ ਹੀ ਨਹੀਂ ਆਣ ਦਿੱਤੀ, ਸੋਝ ਹੀ ਨਹੀਂ ਆਣ ਦਿੱਤੀ। ਨਾਦਰ ਲਾਹੌਰ ਪਹੁੰਚਦਿਆਂ ਤੱਕ ਦਿੱਲੀ ਦਾ ਸਾਰਾ ਸਮਾਨ ਸਿੰਘ ਲੁੱਟ ਕੇ ਲੈ ਗਏ। 22,000 ਲੜਕੀਆਂ ਛੁਡਾ ਲਈਆਂ, ਬੱਚੇ ਛੁਡਾ ਲਏ। ਨਾਦਰ ਕੋਲੋਂ ਦਿੱਲੀ ਦਾ ਅੱਧੇ ਨਾਲੋਂ ਜ਼ਿਆਦਾ ਸਮਾਨ ਸਿੰਘ ਲੁੱਟ ਕੇ ਲੈ ਗਏ। ਨਾਦਰ ਨੇ ਜਾ ਕੇ ਜ਼ਕਰੀਆ ਖਾਨ ਨੂੰ ਪੁੱਛਿਆ, ਉਹ ਜ਼ਕਰੀਆ ਖਾਨ, ਮੈਂ ਈਰਾਨ ਤੋਂ ਤੁਰਿਆ ਦਿੱਲੀ ਤੱਕ, ਮੇਰਾ ਕੋਈ ਮੁਕਾਬਲੇ ਤੇ ਨਹੀਂ, ਖੰਘ ਨਹੀਂ ਸਕਿਆ। ਇਹ ਕੌਣ ਬੰਦੇ ਨਿਕਲੇ ਨੇ ਜਿਹੜੇ ਮੈਨੂੰ ਲੁੱਟ ਕੇ ਲੈ ਗਏ ਨੇ? ਚੋਰਾਂ ਨੂੰ ਮੋਰ ਪੈ ਗਏ ਨੇ। ਨਾਦਰ ਦੀ ਗੱਲ ਸੁਣ ਕੇ ਤਬ ਖਾਨੂ ਨੇ ਐਸ ਬਖਾਨੀ, ਖਾਨੂ ਬਹਾਦਰ ਕਹਿੰਦੇ ਆ, ਖਾਨ ਬਹਾਦਰ ਜ਼ਕਰੀਆ ਖਾਨ ਨੂੰ, ਤਬ ਖਾਨੂ ਨੇ ਐਸ ਬਖਾਨੀ, ਕਿਤੇ ਨਾ ਉਨਕੀ ਮੁਲਕ ਨਿਸ਼ਾਨੀ, ਖੜੇ ਸੋਵੇਂ ਉਹ ਚਲਤੇ ਖਾਏ, ਨਾ ਬੈਠੇ ਵੇ ਕਿਤੇ ਗਿਰਾਏ। ਉਹ ਜਿਹੜੇ ਸਿੰਘ ਨੇ ਉਹਦੇ ਚਲਦੇ ਚਲਦੇ ਹੀ ਖਾ ਲੈਂਦੇ ਨੇ, ਖਲੋਤੇ ਖਲੋਤੇ ਹੀ ਸੌਂ ਲੈਂਦੇ ਨੇ। ਉਹਨਾਂ ਦਾ ਘਰ ਘਾਟ ਕੋਈ ਨਹੀਂ, ਘੋੜਿਆਂ ਦੀਆਂ ਕਾਠੀਆਂ ਤੇ ਹੀ ਰਹਿੰਦੇ ਨੇ। ਲੜਾਂ ਬਹੁਤ ਵੇ ਕਰਕੇ ਭਾਜ, ਉਹਦੇ ਭੱਜ ਭੱਜ ਦੁਸ਼ਮਣ ਨੂੰ ਮਾਰਦੇ ਨੇ, ਜੰਗਲਾਂ 'ਚ ਰਹਿੰਦੇ ਨੇ। ਖੈਂ ਕੱਚੇ ਹੀ ਮਿਰਗ ਮਾਰ, ਉਹਨਾਂ ਨੂੰ ਤੇ ਰੋਟੀ ਨਹੀਂ ਲੱਭਦੀ, ਜੰਗਲ 'ਚ ਕੱਚਾ ਮਿਰਗ ਮਾਰ ਕੇ ਖਾ ਜਾਂਦੇ ਨੇ। ਉਹ ਇਹੋ ਜਿਹੇ ਲੜਾਕੇ ਨੇ, ਕੱਲਾ ਕੱਲਾ 1.25 ਲੱਖ ਨਾਲ ਲੜਨ ਨੂੰ ਤਿਆਰ ਹੋ ਜਾਂਦਾ। ਜਦੋਂ ਇਹ ਗੱਲ ਕਹੀ, ਨਾਦਰ ਮੂੰਹ 'ਚ ਉਂਗਲਾਂ ਪਾ ਕੇ ਕਹਿਣ ਲੱਗਾ, ਫਿਰ ਜਿੱਥੇ ਤੂੰ ਰਾਜ ਕਰਦਾ ਇੱਥੇ ਇਹ ਰਾਜ ਕਰਨਾ। ਸੋ ਖਾਲਸਾ ਜੀ, ਐਸਾ ਇਹ ਪੰਥ ਖਾਲਸਾ ਜਿਹਦੀ ਨਾਦਰ ਦੀ ਵੀ ਨੱਕ ਵੱਢ ਕੇ ਰੱਖ ਦਿੱਤੀ ਸਿੰਘਾਂ ਨੇ। ਉਸ ਨਾਦਰ ਦੀ ਗੱਲ ਵੀ ਇਸ ਬਾਦਸ਼ਾਹ ਨੇ ਨਹੀਂ ਦੱਸੀ। ਉਸ ਕਉ ਭੀ ਸਿੰਘ ਲੁੱਟਦੇ ਰਹੇ, ਇਹ ਨਹੀਂ ਦੱਸਿਆ ਵੀ ਨਾਦਰ ਨੂੰ ਸਿੰਘ ਲੁੱਟਦੇ ਰਹੇ ਆ, ਖਾਲਸਾ ਲੁੱਟਦਾ ਰਿਹਾ ਹੈ। ਕਾਬਲ ਕੰਧਾਰ ਦੇ ਰਾਹੇ ਲੁੱਟ ਖਹੇ, ਕਾਬਲ ਕੰਧਾਰ ਦੇ ਰਸਤੇ ਜਾ ਕੇ ਉਹਦੇ ਕੋਲੋਂ ਲੁੱਟ ਲੁੱਟ ਕੇ ਸਿੰਘ ਖਾ ਲੈਂਦੇ ਸੀਗੇ। ਫਿਰ ਅਹਿਮਦ ਸ਼ਾਹੇ ਲਾਹੌਰ ਮੱਲ ਬਹਿਓ, ਉਹ ਵੀ ਨਹੀਂ ਗੱਲ ਦੱਸੀ ਵੀ ਅਹਿਮਦ ਸ਼ਾਹ ਅਬਦਾਲੀ ਜਦੋਂ ਲਾਹੌਰ ਬਹਿ ਗਿਆ ਸੀ ਮੱਲ ਕੇ, ਦਿੱਲੀ ਆਗਰੋ ਸਭ ਮੱਲ ਲਇਓ। ਉਹਨੇ ਦਿੱਲੀ ਆਗਰਾ ਵੀ ਮੱਲ ਲਿਆ ਸੀ ਅਹਿਮਦ ਸ਼ਾਹ ਅਬਦਾਲੀ ਨੇ। ਸੋ ਸਿੰਘਣ ਨੇ ਦਇਓ ਨਿਕਾਰ, ਉਹ ਅਬਦਾਲੀ ਨੂੰ ਸਿੰਘ ਭਜਾ ਕੇ ਕਾਬਲ ਛੱਡ ਕੇ ਆਏ ਸੀਗੇ। ਲਏ ਸਿੰਘਣ ਉਸ ਸੂਬੇ ਮਾਰ, ਔਰ ਸਿੰਘਾਂ ਨੇ ਉਹਦੇ ਸੂਬੇ ਵੱਡੇ ਵੱਡੇ ਮਾਰ ਲਏ। ਜੈਨ ਖਾਨ ਸਰਹੰਦ ਦਾ ਸੂਬਾ ਸਿੰਘਾਂ ਨੇ ਮਾਰਿਆ, ਜਿਹੜਾ ਉਹ ਅਬਦਾਲੀ ਦਾ ਹੀ ਸੀਗਾ। ਤੇ ਇਸੇ ਤਰ੍ਹਾਂ ਹੋਰ ਵੱਡੇ ਵੱਡੇ ਸੂਬੇ ਉਹਦੇ ਤੋੜ ਕੇ ਸਿੰਘਾਂ ਨੇ ਰਿਆਸਤਾਂ ਖਾਲਸੇ ਦੀ ਕਾਇਮ ਕੀਤੀਆਂ। ਦੋਹਰਾ ਜਿਮ ਉਸ ਪੁੱਤਰ ਤਮੂਰ ਕੋ ਲੰਘਾਇਓ ਮੁਰਦਨ ਕੈ ਰਾਹੇ, ਉਹਦੇ ਪੁੱਤਰ ਤੈਮੂਰ ਸ਼ਾਹ ਨੂੰ ਮੁਰਦਿਆਂ ਦੇ ਰਾਹ ਭਜਾਇਆ ਜੰਗ ਦੇ ਵਿੱਚ ਸਿੰਘਾਂ ਨੇ। ਗਇਓ ਤਲਾਕ ਨਿਕਾਰ ਕੈ ਹਮ ਔਲਾਦ ਆਵੇ ਇਤ ਨਾਹੇ, ਤੇ ਤੈਮੂਰ ਇਹ ਕਹਿ ਗਿਆ ਸੀ ਵੀ ਮੇਰੀ ਔਲਾਦ ਹੁਣ ਹਿੰਦੁਸਤਾਨ ਨਹੀਂ ਆਏਗੀ, ਹੁਣ ਅਸੀਂ ਨਹੀਂ ਆਉਂਦੇ ਸਿੰਘੋ, ਤੁਸੀਂ ਰਾਜ ਕਰੋ। ਕਹਿੰਦੇ ਲਹਿਣਾ ਸਿੰਘ ਭੰਗੀ ਨੂੰ ਤੈਮੂਰ ਨੇ ਇੱਕ ਬਦਾਮ ਦੀ ਬੋਰੀ ਤੇ ਇੱਕ ਨੇਜ਼ੇ ਤੇ ਕਾਜੂ ਤੇ ਕੀ ਕਹਿੰਦੇ ਆ ਵੀ ਪਿਸਤੇ, ਵਧੀਆ ਵਧੀਆ ਕਿਸ਼ਮਿਸ਼, ਉਹ ਟੋਕਰੇ ਭਰ ਕੇ ਭੇਜੇ। ਖਾਲਸਾ ਜੀ, ਤੁਸੀਂ ਪੰਜਾਬ ਵਿੱਚ ਨਾ ਸਾਡੇ ਵੱਲੋਂ ਰਾਜ ਕਰੋ, ਵੀ ਜਾਂਦਾ ਜਾਂਦਾ ਆਪਣੀ ਲੱਤ ਉੱਤੇ ਰੱਖ ਜਾਵਾਂ, ਮੈਂ ਰਾਜ ਦੇ ਚੱਲੇ। ਲਹਿਣਾ ਸਿੰਘ ਭੰਗੀ ਸਰਦਾਰ ਹੋਇਆ ਭੰਗੀਆਂ ਦੀ ਮਿਸਲ 'ਚ। ਉਹਨੇ ਕੀ ਕੀਤਾ, ਉਹਨੇ ਲੈ ਕੇ ਨਾ ਉਹਦੀਆਂ ਬੋਰੀਆਂ ਸਾਰੀਆਂ ਵਾਪਸ ਕਰਤੀਆਂ ਮੇਵਿਆਂ ਦੀਆਂ, ਤੇ ਇੱਕ ਨਾ ਉਹਨੂੰ ਬੋਰੀ ਛੋਲਿਆਂ ਭੁਜਿਆਂ ਦੀ ਭੇਜੀ। ਤੇ ਕਹਿਣ ਲੱਗਾ ਸਾਡੇ ਬਦਾਮ ਤਾਂ ਆਹ ਨੇ ਤੇ ਅਸੀਂ ਤੇ ਇਹੀ ਚੱਬਣੇ ਨੇ, ਤੂੰ ਕੌਣ ਹੁੰਦਾ ਸਾਨੂੰ ਬਾਦਸ਼ਾਹੀ ਦੇਣ ਵਾਲਾ? ਸਾਨੂੰ ਤੇ ਬਾਦਸ਼ਾਹੀ ਕਲਗੀਆਂ ਵਾਲੇ ਦੇ ਗਏ ਆ, ਤੇਰਾ ਥੋੜਾ ਕੀਤਾ ਰਾਜ ਲਵਾਂਗੇ, ਤਲਵਾਰ ਨਾਲ ਲੈ ਲਾਂਗੇ, ਆ ਜਾ ਜੰਗ ਕਰ ਲੈ। ਉਹ ਕਹਿੰਦਾ ਤੁਸੀਂ ਰਾਜ ਕਰੋ, ਮੈਂ ਸਭ ਕੁਝ ਛੱਡਿਆ।
ਮੇਰੀ ਔਲਾਦ ਵੀ ਨਹੀਂ ਆਉਣ ਲੱਗੀ ਕਹਿੰਦੇ। ਉਦੋਂ ਬਾਅਦ ਕਾਬਲੀ ਕੋਈ ਨਹੀਂ ਆਇਆ ਚੜ ਕੇ ਹਿੰਦੁਸਤਾਨ ਤੇ। ਹਾਂਜੀ, ਚੌਪਈ ਫੇਰ ਪੋਤਰੇ ਉਸਕੇ ਆਏ। ਫਿਰ ਉਹਦਾ ਪੋਤਰਾ ਅਬਦਾਲੀ ਦਾ ਆਇਆ ਸੀ ਜਦੋਂ ਸ਼ੇਰੇ ਪੰਜਾਬ ਨੇ ਲਾਹੌਰ ਤੇ ਕਬਜ਼ਾ ਕੀਤਾ ਹੈ ਨਾ, ਤੇ ਥੋੜੇ ਦਿਨ ਬਾਅਦ ਅਬਦਾਲੀ ਦਾ ਪੋਤਰਾ ਆਇਆ ਸੀ। ਸੋ ਖਾਲਸੇ ਮਾਰ ਹਟਾਏ। ਉਹ ਵੀ ਖਾਲਸੇ ਨੇ ਮਾਰ ਢਾਇਆ ਸੀ। ਕਹਿੰਦੇ ਉਹ ਸੰਮਣ ਬੁਰਜ 'ਚ ਬੈਠਾ ਸੀ ਅਬਦਾਲੀ ਦਾ ਪੋਤਰਾ, ਤੇ ਸਰਦਾਰ ਰਣਜੀਤ ਸਿੰਘ ਦੀ ਉਮਰ ਉਦੋਂ 17 ਕੁ ਸਾਲ ਦੀ ਸੀ। ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ, ਚੜ੍ਹਦੀ ਉਮਰ ਸੀਗੀ। 100 ਕੁ ਸਿੰਘਾਂ ਦਾ ਜਥਾ ਲੈ ਕੇ ਲਾਹੌਰ ਜਾ ਵੜਿਆ। ਅਕਾਲ ਅਕਾਲ ਕਰਦੇ ਸੰਮਣ ਬੁਰਜ ਨੂੰ ਠਾ ਠਾ ਗੋਲੀਆਂ ਸਿੱਧੀਆਂ। ਇੱਥੇ ਉਹ ਬਾਦਸ਼ਾਹ ਬੈਠਾ ਅਬਦਾਲੀ ਦਾ ਪੋਤਰਾ, ਤੇ ਸਾਹਮਣੇ ਖਲੋ ਕੇ ਆਵਾਜ਼ ਮਾਰੀ, ਓਏ ਅਬਦਾਲੀ ਦੇ ਪੋਤਰੇ, ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਵੰਗਾਰਦਾ ਬਾਹਰ ਆ। ਕਿਉਂਕਿ ਚੜ੍ਹਤ ਸਿੰਘ ਦੀ ਟੱਕਰ ਰਹੀ ਅਬਦਾਲੀ ਨਾਲ, ਤੇ ਉਹਦਾ ਪੋਤਰਾ ਰਣਜੀਤ ਸਿੰਘ ਅਬਦਾਲੀ ਦੇ ਪੋਤਰੇ ਨੂੰ ਕਹਿੰਦਾ ਵੀ ਤੂੰ ਅਬਦਾਲੀ ਦਾ ਪੋਤਰਾ, ਮੈਂ ਚੜ੍ਹਤ ਸਿੰਘ ਦਾ। ਉਹ ਅਬਦਾਲੀ ਦੇ ਪੋਤਰੇ, ਤੈਨੂੰ ਚੜ੍ਹਤ ਸਿੰਘ ਦਾ ਪੋਤਰਾ ਵੰਗਾਰਦਾ, ਬਾਹਰ ਨਿਕਲ। ਉਹਦੀ ਇੰਨੀ ਜੁਰਤ ਨਹੀਂ ਪਈ ਵੀ ਮੈਂ ਬਾਹਰ ਝਾਕ ਵੀ ਜਾਵਾਂ। ਬੋਲੇ ਸੋ ਨਿਹਾਲ। ਨਾਦਰ ਭਜਾਇਆ, ਅਬਦਾਲੀ ਭਜਾਇਆ, ਤੈਮੂਰ ਭਜਾਇਆ, ਉਹਦਾ ਪੁੱਤਰ ਵੀ ਭਜਾਤਾ ਸਿੰਘਾਂ ਨੇ। ਪੰਥ ਆਦ ਤੈ ਘੁਲਤੈ ਆਇਓ। ਇਹ ਪੰਥ ਮੁੱਢ ਤੋਂ ਹੀ ਖੰਡੇ ਦੀ ਧਾਰ ਤੇ ਨੱਚਦਾ ਆਇਆ, ਘੁਲਦਾ ਆਇਆ। ਦੁਸ਼ਟ ਪਤ ਸਾਹੈ ਰਈਅਤ ਸੁਨਾਇਓ। ਪਰ ਉਸ ਦੁਸ਼ਟ ਪਾਤਸ਼ਾਹ ਨੇ ਐਡੇ ਮਹਾਨ ਪੰਥ ਦਾ ਇਤਿਹਾਸ ਲੁਕੋ ਕੇ ਇਹ ਕਹਿਤਾ ਵੀ ਇਹਦੇ ਜਰੈਮ ਪੇਸ਼ਾ ਸੀਗੇ, ਥੋੜਾ ਜਿਹਾ ਇਹਨਾਂ ਨੂੰ ਅਸੀਂ ਰਾਜ ਦਿੱਤਾ ਹੋਇਆ। ਹਾਂਜੀ, ਦੋਹਰਾ ਦੁਸ਼ਟ ਦੁਸ਼ਟਾਈ ਨਹਿ ਤਜੇ। ਜਿਮ ਸਰਪ ਤਜੇ ਬਿਖ ਨਾਹੇ। ਜਿਵੇਂ ਸੱਪ ਡੰਗ ਮਾਰਨੋਂ ਨਹੀਂ ਰਹਿੰਦਾ, ਦੁਸ਼ਟ ਪੁਰਸ਼ ਇਸ ਤਰ੍ਹਾਂ ਦੀ ਨੀਚ ਗੱਲ ਕਰਨ ਤੋਂ ਬਾਅਦ ਨਹੀਂ ਆਉਂਦਾ। ਹਾਂਜੀ, ਅਕਸਰ ਦੂਧ ਪਿਲਾਈਐ ਡੰਗ ਮਾਰਨ ਤੇ ਨਾ ਟਲਾਹੇ। ਦੁੱਧ ਪਿਆਈ ਜਾਓ ਸੱਪੈ, ਦੁੱਧ ਪਿਆ ਲਿਆ ਉਹ ਬਿਹ ਮੂੰਹੋਂ ਸੱਟੈ। ਉਹੀ ਕੰਮ ਇਹ ਗੌਰ ਅਲੀ ਸ਼ਾਹ ਆਲਮ ਬਾਦਸ਼ਾਹ ਨੇ ਖਾਲਸੇ ਦੀ ਸ਼ਾਨ ਦੇ ਖਿਲਾਫ ਕੀਤਾ। ਪਰ ਉਹ ਅੰਗਰੇਜ਼ ਬੜੇ ਸਿਆਣੇ ਸੀਗੇ, ਉਹਨਾਂ ਨੇ ਆਖਿਆ ਇਹ ਗੱਲ ਲੰਡਨ ਭੇਜਣੀ ਹੈ ਮਹਾਰਾਣੀ ਕੋਲ, ਜੇ ਕਿਤੇ ਗਲਤ ਨਿਕਲ ਆਈ ਸਾਡੀ ਖੈਰ ਨਹੀਂ। ਅੰਗਰੇਜ਼ ਹਰ ਗੱਲ ਦੀ ਬਰੀਕੀ ਤਾਂ ਹੀ ਜਾਣਦੇ ਸੀ, ਸੱਚਾਈ ਲੱਭਦੇ ਸੀਗੇ, ਇਹ ਉਹਨਾਂ ਦੀ ਖੂਬੀ ਸੀ। ਉਹਨਾਂ ਨੇ ਸਿੱਖਾਂ ਦਾ ਇਤਿਹਾਸ ਲਿਖਵਾਉਣ ਵਾਸਤੇ ਪਤਾ ਕੀਤਾ। ਆਫਟਰ ਲੋਨੀ ਦਾ ਸੇਵਕ, ਉਹਦਾ ਇੱਕ ਛੋਟਾ ਜੂਨੀਅਰ ਅਫਸਰ ਸੀਗਾ ਜਿਹੜਾ ਅੰਬਾਲਾ, ਲੁਧਿਆਣਾ ਤੇ ਕਰਨਾਲ ਤਿੰਨਾਂ ਜ਼ਿਲ੍ਹਿਆਂ ਦਾ ਉਹ ਡਿਪਟੀ ਕਮਿਸ਼ਨਰ ਥਾਪਿਆ ਗਿਆ ਸੀ, ਕੈਪਟਨ ਮਰੀ। ਉਹਦੀ ਡਿਊਟੀ ਲਾਈ। ਉਹ ਹਿਸਟੋਰੀਅਨ ਲੱਭ ਰਿਹਾ ਹੈ ਵੀ ਜਿਹੜਾ ਸਿੱਖਾਂ ਦੀ ਹਿਸਟਰੀ ਲਿਖ ਦਵੇ। ਉਹ ਕਥਾ ਅਗਲੇ ਪ੍ਰਕਰਣਾਂ 'ਚ ਆਪਾਂ ਸੁਣਾਂਗੇ ਪਿਆਰ ਨਾਲ। ਸਮਾਂ ਬਹੁਤ ਹੋ ਚੁੱਕਾ ਹੈ। ਖਾਲਸਾ ਜੀ, ਜਿਵੇਂ ਗੁਰੂ ਸਾਹਿਬ ਕਲਗੀਧਰ ਪਾਤਸ਼ਾਹ ਨੇ ਰਤਨ ਸਿੰਘ ਜੀ ਭੰਗੂ ਕੋਲੋਂ ਇਹ ਲਿਖਵਾ ਲਿਆ, ਤੁਹਾਡੀਆਂ ਅਸੀਸਾਂ ਹੋਈਆਂ ਤੇ ਇਹ ਆਪ ਜੀ ਨਾਲ ਸਰਵਣ ਵੀ ਕਰਾ ਲਾਂਗੇ। ਇਹ ਗੁਰੂ ਦੀ ਖੇਡ ਹੈ, ਗੁਰੂ ਦਾ ਇਤਿਹਾਸ ਹੈ, ਪੰਥ ਦਾ ਇਤਿਹਾਸ ਹੈ। ਉਹਨਾਂ ਸ਼ਹੀਦਾਂ ਦੀ ਕਿਰਪਾ, ਸੰਗਤਾਂ ਦੀ ਮਿਹਰ ਦੀ ਦ੍ਰਿਸ਼ਟੀ ਤੇ ਗੁਰੂ ਦਾ ਇਤਿਹਾਸ ਸਾਂਝਾ ਹੋਵੇਗਾ। ਬਹੁਤ ਬਹੁਤ ਧੰਨਵਾਦ।